ਅੱਜ ਪਹਿਲੀ ਵਾਰ ਮੈਨੂੰ ਇੰਨੀ ਕੁ ਖੁਸ਼ੀ ਹੋਈ ਹੈ ਨਾ, ਇੱਕ ਇੰਟਰਵਿਊ ਟਾਈਪ ਜਿਵੇਂ ਗੱਲਾਂ ਬਾਤਾਂ ਪ੍ਰੈਸ ਕਾਨਫਰੰਸ ਕਰ ਲਓ, ਜਿਵੇਂ ਦੀ ਵੀ ਗੱਲਬਾਤ ਆਪੇ ਚ ਬਹਿ ਕੇ ਕਰਦੇ ਹਨ। ਮਾਨਾਂ ਦੇ ਮਾਨ, ਬੱਬੂ ਮਾਨ, ਹਰਭਜਨ ਮਾਨ, ਜਸ ਬਾਜਵਾ, ਹੈਪੀ ਰਾਏ ਕੋਟੀ ਤੇ ਇੱਕ ਦੋ ਹੋਰ ਬੰਦੇ ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਦੀ ਲਾਈਵ ਚੱਲਦੀ ਹੀ ਪਈ। ਤੇ मैं क्या जेकर उन्होंने लाइव चलती है पी तो मैं उस पर मेरा दिल किया कि छोटा जहा एक ना रिएक्शन पा के जिन्नी को वीडियो मैं वेखी, जिन्नी को PTCL वाले नैट ने इजाजत दी, जिन्नी को चली उन्नी को वेखांगे। आओ वीडियो वेखिए तो वेखिए कि कट्ठे होना किनू कहते हैं। आओ इन्हां दियां गल्लां जरा झट सुनिए, तुसीं भी सुनो तो अगे शेयर जरूर करियो। ਅੱਗੇ ਤੇ ਉਹ ਲੋਕ ਹੈ ਭਾਈ ਸ਼ੁਰੂ ਤੋਂ ਅਸਲ ਨਾ ਆਪਣੇ ਲੋਕ ਘੋੜੇ ਨੇ ਸ਼ੁਰੂ ਤੋਂ ਚੱਕਰ ਹੀ ਇਹ ਰਿਹਾ ਕਿ ਆਪਾਂ ਨੂੰ ਜਾਤਾਂ ਪਾਤਾਂ ਚ ਉਲਝਾਇਆ, ਝੰਡਿਆਂ ਚ ਉਲਝਾ ਲਿਆ ਨਾ। ਤਾਂ ਮੈਨੂੰ ਇਹ ਪੱਕੀ ਰਹਿ ਗਈ ਨਾ ਲੋਕਾਂ ਦੇ ਵਿੱਚ। ਇਹ ਨਹੀਂ ਵੀ ਤੁਸੀਂ ਉੱਥੋਂ ਉੱਠ ਕੇ ਆ ਗਏ ਜਾਂ ਇੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਕ ਦਿਨ ਚ ਜੇ ਕਹੋ ਵੀ ਟੁੱਟ ਗਏ, ਹੌਸਲਾ ਆ ਗਿਆ, ਉਹ ਆਈਡੀਓਲੋਜੀ ਜੇ ਤੁਹਾਡੇ ਨਾਲ ਪੱਕੀ ਰਹੀ ਤਾਂ ਆਉਣ ਵਾਲੀਆਂ ਨਸਲਾਂ ਨੂੰ ਵੀ ਖੜੇ ਹੋਣ ਦਾ ਮੌਕਾ ਮਿਲ ਜੂ। ਜਾਂ ਉਹ ਵੀ ਇਹ ਇੱਕ ਸ਼ੁਰੂ ਇੱਕ ਪਿਰਤ ਨਵੀਂ ਪੈ ਜੂਗੀ ਵੀ ਯਾਰ ਹਾਂ ਦੱਸ ਤੂੰ ਕਿੱਧਰ ਪਿੰਡ ਪੱਧਰ ਤੋਂ ਚੱਕਣਾ, ਕਿਉਂਕਿ ਨਹੀਂ ਤਾਂ ਉਹ ਚੱਲੀ ਆਉਂਦਾ ਉਹ ਫਲਾਣੇ ਦੇ ਪਰਚੇ ਆ ਜਾਂ ਸਾਡੀਆਂ ਪੱਕੀਆਂ ਵੋਟਾਂ ਆਪਾਂ ਇੱਦਾਂ ਹੀ ਚੱਲਦੇ ਆਂ, ਪਿੰਡਾਂ 'ਚ ਵੋਟਾਂ ਇੱਥੇ ਪੈਂਦੀ। ਮਤਲਬ ਗੱਲਾਂ ਦਾ, ਸੋਚਣ ਦਾ, ਰਿਐਕਟ ਕਰਨ ਦਾ ਤਰੀਕਾ ਬਦਲਿਆ। 75 ਸਾਲ ਹੋ ਗਏ ਕਮਾਲ ਆ। ਇਲੈਕਸ਼ਨਾਂ 'ਚ ਗੱਲ ਹੋਈ ਹੁੰਦੀ ਆ ਸਾਡੀ ਨਾਲੀ ਦੀ ਮਤਲਬ ਕਮਾਲ ਹੈ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ। ਜਿਹੜੀ ਇੱਕ ਚੀਜ਼ ਸਾਡੇ ਨਾਲੋਂ ਅੱਜ ਮੰਨ ਕੇ ਚੱਲੋ, ਜਿਹੜੀ ਇੱਕ ਚੀਜ਼ ਆ ਜਿਹੜਾ ਹੁਣ ਟਕੈਤ ਸਾਹਿਬ ਵਾਲਾ ਸਾਰਾ ਜਿਹੜੀ ਇਹ ਪੂਰਾ ਕਿੱਸਾ ਨਿਕਲਿਆ, ਇੱਕ ਚੀਜ਼ ਤੁਸੀਂ ਨੋਟ ਕਰੀ ਜਿਹੜੀ ਆਪਾਂ ਆਪਣੇ ਜ਼ਿਹਨ 'ਚ ਪਰ ਤੁਸੀਂ ਨੋਟ ਨਹੀਂ ਕਰੀ। ਨੋਟ ਕੀ ਹੈ? ਪੰਚਾਇਤ ਅੱਜ ਵੀ ਭਾਰੀ ਆ ਉੱਥੇ। ਇੱਕ ਪੰਚਾਇਤ ਹੋਈ ਪੂਰਾ ਯੂਪੀ ਤੋੜ ਲਿਆ, ਮਾਂ ਪੰਚਾਇਤ ਤੋੜ ਲਿਆ ਉਹਨਾਂ ਨੂੰ। ਮੈਂ ਪਿਛਲੀ ਵਾਰੀ ਵੀ ਬੋਲ ਕੇ ਆਇਆ ਕਿ ਜਦੋਂ ਸਮੂਹ ਬਣਨਗੇ, ਜਦੋਂ ਸਰਬਸੰਮਤੀ ਨਾਲ ਸਰਪੰਚ ਬਣੂਗਾ ਇੱਕ, ਫਿਰ 10 ਪਿੰਡਾਂ ਦੀ ਪੰਚਾਇਤ ਦਾ ਇੱਕ ਬਣੂਗਾ, ਫਿਰ 20 ਵਾਲਿਆਂ ਦੇ ਇੱਕ ਬਣੂਗਾ, ਫਿਰ ਜਿੱਦਣ ਪੰਚਾਇਤੀ ਸਿਸਟਮ ਸ਼ੁਰੂ ਹੋਗਾ ਪਿਆਰ ਉਦੋਂ ਵਧਣਾ। ਕਿਸਾਨ ਇਕੱਠੇ ਹੋ ਗਏ ਔਰ ਇੱਕ ਪਰ ਇਹਨਾਂ ਨੂੰ ਕਦੋਂ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਬਣਾ ਦੇਣਾ ਹੈ ਬਿਲਕੁਲ ਇਹ ਸਾਨੂੰ ਪਤਾ ਹੀ ਨਹੀਂ ਜਦੋਂ ਲੱਗਦਾ। ਆਪਣੇ ਨੂੰ ਬਈ ਪ੍ਰਧਾਨਗੀ ਵਾਲਾ ਮਸਲਾ, ਜਦੋਂ ਆਪਣੇ ਅੰਦਰੋਂ ਹੀ ਪ੍ਰਧਾਨਗੀ ਵਾਲਾ ਉਹ ਫਦੂਲ ਜਿਹਾ ਉੱਠ ਗਿਆ ਨਾ ਕਿ ਯਾਰ ਅਸੀਂ ਉਹ ਬੰਦ ਨਹੀਂ ਦੇਣਾ ਯਾਰ। ਮਤਲਬ ਮਿਸਾਲ ਦੀ ਹੁਣ ਸਾਡੀ ਜਿਹੜੀ ਇਸ ਵਕਤ ਲੜਾਈ ਚੱਲ ਰਹੀ ਹੈ, ਸਹੀ ਕਿਸਾਨ ਨੇ, ਉਹਦੇ 'ਚ ਅਸੀਂ ਕਿਸਾਨ ਰਹਿਣਾ ਬਸ। ਮਤਲਬ ਤਾਂ ਆਪਾਂ ਨਹੀਂ ਬੜੇ ਭਾਈ ਕਿਸਾਨ ਹੀ ਰਹਿਣਾ। ਔਰ ਸਮਝੇ ਨਹੀਂ ਆਪਾਂ ਨੂੰ ਜਿਹੜੇ ਸਾਡੇ ਕੋਈ ਵੱਡੇ ਲੋਕ ਸੋਚ ਜਿਹੜੇ ਥੋੜੀ ਜਿਹੀ ਰੱਖਦੇ ਆ ਕਿ ਉਹ ਤਾਂ ਸਾਰੇ ਹੀ ਦੇਖ ਰਹੇ ਕਿ 2022 ਦੇ ਵਿੱਚ ਪੰਜਾਬ ਆ ਜਿਹੜਾ ਕਿ ਇੱਕ ਨਵੀਂ ਜਿਹੜੀ ਲਹਿਰ ਇਹ ਬਦਲੂਗਾ। ਫਿਰ ਬਾਰੇ ਨੌਜਵਾਨਾਂ ਨੂੰ ਪਿੰਡ ਬੱਬੂ ਇਹ ਗੱਲਾਂ ਨਿਕਲ ਜਿਵੇਂ ਤੁਸੀਂ ਸੋਚੋ, ਇੱਕ ਕਮਾਲ ਦੀ ਗੱਲ ਜਿਹੜੀ ਹੋਈ ਹੈ ਕਿ ਆਪਾਂ ਪਰਿਵਾਰਾਂ 'ਚ ਇਕੱਠੇ ਬਹਿਣਾ ਛੱਡ ਗਏ ਸੀ। ਅੱਜ ਉੱਥੇ ਕਿੰਨੇ ਜਣੇ ਇਕੱਠੇ ਬੈਠੇ ਬਹੁਤ ਪਰਿਵਾਰਾਂ 'ਚ ਪਰਿਵਾਰ ਨਹੀਂ ਇਕੱਠਾ ਬੈਠਦਾ ਸੀ ਤੇ ਉੱਥੇ ਕਿੰਨੇ ਜਣੇ ਇਕੱਠੇ ਬੈਠੇ। ਔਰ ਉਹ ਜਿਹੜਾ ਵਿਚਾਰ ਵਟਾਂਦਰਾ ਹੈ ਨਾ, ਆਈ ਥਿੰਕ ਉਹ ਸਾਨੂੰ ਬਹੁਤ ਅੰਦਰੋਂ ਅਮੀਰ ਕਰ ਰਿਹਾ ਹੈ। ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ, ਹਰਭਜਨ ਅਸੀਂ ਅਮੀਰ ਹੋ ਰਹੇ ਹਾਂ ਇੱਕ ਦੂਜੇ ਤੋਂ ਸਿੱਖ ਕੇ। ਪਹਿਲੀ ਵਾਰੀ 4 ਟਰਾਲੀਆਂ ਇਕੱਠੀਆਂ ਤੋਰੀਆਂ ਤਾਂ ਮੈਂ ਵੀ ਉੱਥੇ ਸੀ। ਮੈਂ ਕਿਸੇ ਕੰਮ ਚੋਂ ਨਿਕਲ ਕੇ ਆਇਆ ਸੀ, ਮੈਂ ਭੱਜ ਕੇ ਗਿਆ, ਮੈਂ ਕਿਹਾ ਰੋਕਿਓ ਯਾਰ ਜਾਇਆ ਹੋਣਾ ਜੇ ਮੈਂ ਵੀ ਆਉਣਾ। ਮੈਂ ਵੀ ਇਸ ਖੁਸ਼ੀ ਸ਼ਾਮਲ ਹੋਣਾ ਕਿ ਮੈਂ ਚਿਰਾਂ ਬਾਅਦ 2 ਪਾਰਟੀਆਂ ਨੂੰ ਇਕੱਠੇ ਦੇਖਿਆ। ਮੈਂ ਉਹਨੂੰ ਕਿਹਾ ਮੇਰੀ ਬੇਨਤੀ ਹੈ ਬਈ ਤੁਸੀਂ ਜੋ ਤੁਹਾਨੂੰ ਚਾਹੀਦਾ ਤੁਹਾਡੇ ਲਈ ਹਾਜ਼ਰ ਹੋਵਾਂਗੇ, ਪਰ ਕੋਸ਼ਿਸ਼ ਕਰਿਓ ਹੁਣ ਏਦਾਂ ਹੀ ਇਕੱਠੇ ਰਹੋ। ਤੁਸੀਂ ਤੁਹਾਡੇ ਚਹੇਤੇ ਲੀਡਰ ਹੋ ਸਕਦੇ ਆ, ਪਰ ਰੱਬ ਦਾ ਵਾਸਤਾ ਯਾਰ ਆ ਚੁਗਲਮ ਚੁਗਲੀ ਜਿਹੜਾ ਬੰਦਾ ਨਿਊਟਰਲ ਹੁੰਦਾ ਉਹ ਫਸ ਜਾਂਦਾ ਵਿੱਚ ਆ ਕੇ। ਅੱਗੇ ਨਾਰਾਜ਼ ਰਹਿੰਦੇ ਆ, ਦੂਜੇ ਲੱਗਦਾ ਉਹਦੇ ਨੇੜੇ ਆ। ਉਹ ਆਰਟਿਸਟ ਬੰਦਾ ਆਪਣੇ ਪਿੰਡ ਜਾ ਕੇ ਬਹੁਤ ਬੁਰਾ ਫਸਦਾ। ਸੋ ਇਸ ਕਰਕੇ ਪਰਮਾਤਮਾ ਕਰੇ। ਮੈਨੂੰ ਲੱਗਦਾ ਜਿਹੜੀ ਇੱਕ ਅੱਛੀ ਚੀਜ਼ ਸ਼ੁਰੂ ਹੋਈ ਹੈ ਉਹਨੂੰ ਇੱਕ ਬਦਨਾਮ ਕਰਨ ਦੀ ਜੋ ਕੋਸ਼ਿਸ਼ ਸੀ ਜੀ, ਉਹਨੂੰ ਆਪਾਂ ਇੱਕ ਵਾਰੀ ਸਾਰੇ ਇੱਕ ਵਾਰੀ ਫੇਰ ਉਹਨਾਂ ਨੂੰ ਸੁਣਨ ਵਾਲਿਆਂ ਨੂੰ ਜ਼ਰੂਰ ਕਹਿ ਦਈਏ ਕਿ ਭਾਈ ਇਹਨਾਂ ਗੱਲਾਂ 'ਚ ਨਹੀਂ ਉਲਝਣਾ, ਸਿਰਫ ਮੁੱਦੇ ਦੀ ਗੱਲ ਕਰਨੀ ਹੈ, ਉਸੇ ਮੁੱਦੇ ਤੇ ਫੋਕਸ ਕਰਨਾ ਹੈ ਔਰ ਆਪਦੀ ਸਪੋਰਟ ਅਸੀਂ ਤੁਹਾਡੇ ਨਾਲ ਆ। ਔਰ ਤੁਸੀਂ ਵੀ ਸੁਣਨ ਵਾਲੇ ਵੀ ਪਲੀਜ਼ ਆਪ ਇਹਦੀ ਲੜੋ ਨਾ, ਸਹੀ ਹੋ ਗਲਤ ਹੋ ਭੁੱਲ ਜਾਓ, ਬਾਅਦ ਬੱਬੂ ਨਾਲ ਕਿਹੜੀ ਗੱਲ ਬਾਅਦ ਚ ਕਰ ਲਾਂਗੇ। ਹੁਣ ਫਿਲਹਾਲ ਉਸ ਮੁੱਦੇ ਤੇ ਰਹੋ ਔਰ ਇਹਨਾਂ ਦੀ ਸਪੋਰਟ ਕਰੀਏ। ਤੁਹਾਡਾ ਵੀ ਬੱਬੂ ਹਾਂਜੀ ਤੁਸੀਂ ਅੱਛਾ ਉਪਰਾਲਾ ਕਿ ਸਭ ਤੋਂ ਜ਼ਿਆਦਾ ਜਿਹੜਾ ਮੇਨ ਮੁੱਦਾ ਉਹ ਕਿਸਾਨਾਂ ਦਾ ਮੁੱਦਾ, ਬਿੱਲਾਂ ਦਾ ਮੁੱਦਾ ਆ। ਕੋਈ ਫਿਰਕੂ ਮੁੱਦਾ ਨਹੀਂ ਹੈ, ਕੋਈ ਵੀ ਜਾਤ ਪਾਤ ਦਾ ਮੁੱਦਾ ਨਹੀਂ ਹੈ, ਕੁਝ ਵੀ ਦੇਸਾਂ ਪ੍ਰਦੇਸਾਂ ਦਾ ਮੁੱਦਾ ਨਹੀਂ ਹੈ, ਸਿਰਫ ਤੇ ਸਿਰਫ ਕਿਸਾਨਾਂ ਦਾ ਮੁੱਦਾ। ਉਹਦੇ ਤੇ ਲਿਖੋ, ਉਹਦੇ ਤੇ ਬੋਲੋ ਔਰ
ਚੰਗੇ ਲੋਕਾਂ ਨੂੰ ਸੁਣੋ, ਆਪਣਾ ਦਿਮਾਗ ਜ਼ਰੂਰ ਯੂਜ਼ ਕਰੋ। ਮੈਂ ਭਾਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਮੈਂ ਰਵੀਸ਼ ਹੁਣਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਤਾਂ ਕੋਈ ਇੱਕ ਬੰਦਾ ਹੋਰ ਵੀ ਉਹਨਾਂ ਦੇ ਨਾਲ ਬੋਲ ਰਿਹਾ ਸੀ ਜਿਹੜਾ ਕਿ ਮੂਰਖਤਾ ਨਾਲ ਬੋਲ ਰਿਹਾ ਸੀ, ਤੇ ਉਹਨਾਂ ਨੇ ਇੱਕ ਗੱਲ ਕਹੀ, ਉਹ ਲੋਕ ਰਵੀਸ਼ ਵਾਰੀ ਵੀ ਤਾੜੀ ਵਜਾ ਦਿੰਦੇ ਸੀ ਤੇ ਦੂਸਰੇ ਬੰਦੇ ਵਾਰੀ ਵੀ ਤਾੜੀ ਵਜਾ ਦਿੰਦੇ ਸੀ। तो उन्होंने क्या कि यार आप एक बार डिसाइड करो माइंड पे जोर लगा के कि किस बात पे ताली बजानी है, किस पे नहीं बजानी है। ये नहीं कि उसने बोला तो उस पे भी ताली बजानी, और मतलब मैंने बोला तो मैंने भी ताली करता। फिर मुझे लगता है कि मुझे नहीं समझ आ रही कि मैं ठीक बात कर रहा हूँ कि वो बंदा ठीक बात कर रहा है। तो आप डिसाइड तो करो। तो लोग भी जरूर कोशिश करन इदा जोर लाउन ਕਿਹੜਾ ਬੰਦਾ ਸਹੀ ਹੈ, ਔਰ ਕਿਸੇ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਕਰਨ। ਜਿਹੜੇ ਸੋਸ਼ਲ ਮੀਡੀਆ ਤੇ ਭੜਕਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਇਗਨੋਰ ਕਰਨ ਤੇ ਸਹੀ ਬੰਦਿਆਂ ਨੂੰ ਐਪਰੀਸ਼ੀਏਟ ਕਰਨ। ਹਰਭਜਨ ਪਲੀਜ਼ ਤੁਸੀਂ ਵੀ ਜ਼ਰੂਰ। ਬਸ ਇਹੀ ਜਿਹੜਾ ਪਿਛਲੇ 2-3 ਦਿਨਾਂ ਤੋਂ ਸਾਰਾ ਦੇਖਿਆ ਜੀ ਸੋਸ਼ਲ ਮੀਡੀਆ ਤੇ, ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਸਾਡੇ ਵਿੱਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ। ਅਸੀਂ ਕਾਮਯਾਬ ਉਦੋਂ ਹਾਂ ਜਦੋਂ ਅਸੀਂ ਸਾਰੇ ਇੱਕ ਤੇ ਇੱਕ 11 ਬਣਦੇ ਆ। ਤੇ ਪਲੀਜ਼ ਆਪਾਂ ਹੁਣ ਇਹ ਤਾਂ ਤੁਸੀਂ ਸਹਿਮਤ ਹੋਵੋਗੇ ਨਾ ਕਿ ਆਪਾਂ ਸਾਰੇ ਢਿੱਡੋਂ ਦਿਲੋਂ ਇਹ ਚਾਹੁੰਦੇ ਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿੱਤ ਹੋਵੇ। ਤੇ ਜੇ ਅਸੀਂ ਉਹ ਚਾਹੁੰਦੇ ਆ ਔਰ ਸੱਚੇ ਮਨੋਂ ਚਾਹੁੰਦੇ ਆ ਤਾਂ ਫਿਰ ਅਸੀਂ ਜਿੰਨੀ ਦੇਰ ਨਹੀਂ ਨਿਬੜਦਾ ਕੰਮ ਉਨੀ ਦੇਰ ਆਪਣੀਆਂ ਪਰਸਨਲ ਜਿਹੜੇ ਸਾਡੇ ਕੋਈ ਗੱਲਾਂ ਬਾਤਾਂ, ਕੋਈ ਗਿਲੇ ਸ਼ਿਕਵੇ ਜਾਂ ਕਿਸੇ ਦੀ ਰਾਏ ਨਹੀਂ ਚੰਗੀ, ਉਹ ਅਸੀਂ ਸਭ ਛੱਡ ਦਈਏ। ਅਸੀਂ ਸਿਰਫ ਪੋਜ਼ਿਟਿਵਿਟੀ ਦੀ ਗੱਲ ਕਰੀਏ, ਅਸੀਂ ਹੱਲਾਸ਼ੇਰੀ ਮੋਰਚੇ ਨੂੰ ਦੇਈਏ, ਤੇ ਮੈਂ ਸਮਝਦਾ ਕਿ ਬਹੁਤ ਵੱਡਾ ਸਾਡਾ ਸਭ ਦਾ ਯੋਗਦਾਨ ਹੈ। ਜਿੱਦਣ ਇਹ 26 ਨੂੰ ਉੱਥੇ ਸੀ, ਜਦੋਂ ਆਹ ਵਾਕਿਆਤ ਹੋਇਆ, ਮੇਰੇ ਮਾਂ-ਬਾਪ ਜਦੋਂ ਗੁਜ਼ਰਿਆ ਮੈਂ ਕਿਸੇ ਰੋ ਨਹੀਂ ਦਿੱਤਾ, ਨਾ ਮੈਂ ਰੋਇਆ। ਸ਼ਾਇਦ ਇਹ ਉਦੋਂ ਬਾਅਦ ਇਹ ਦਿਨ ਸੀ ਜੇ ਮੈਂ ਰੋਇਆ। ਮੈਨੂੰ ਲੱਗਿਆ ਯਾਰ ਬਹੁਤ ਹੋ ਗਿਆ। ਅਸੀਂ ਜਿੱਤ ਵੱਲ ਪਹੁੰਚ ਗਏ ਸੀ, ਚਲੋ ਪਾ ਲਿਆ ਸੀ ਹੱਥ, ਸਹੀ ਗੱਲ। ਪਰ ਚਲੋ ਅਸੀਂ ਪਿੱਛੇ ਆਏ ਆ, ਕੋਈ ਗੱਲ ਨਹੀਂ, ਪਰ ਹੁਣ ਅਸੀਂ 4 ਕਦਮ ਹੋਰ ਅੱਗੇ ਜਾਵਾਂਗੇ। ਬਾਕੀ ਗਦਾਰ ਸਰਦਾਰ ਇਹ ਜਿਹੜੇ ਇਹ ਗਦਾਰੀਆਂ ਤੇ ਸਰਦਾਰੀਆਂ ਦੇ ਜਿਹੜੇ ਤਮਗੇ ਆ ਨਾ, ਆਪਾਂ ਬਾਅਦ ਚ ਦਵਾਂਗੇ। ਇਹ ਚੀਜ਼ਾਂ ਹੁਣ ਛੱਡ ਦਈਏ। ਹੁਣ ਤਾਂ ਸਾਨੂੰ ਹਰਿਆਣਾ ਵੀ ਮਿਲ ਗਿਆ ਕੰਮ ਕਰਨ ਨੂੰ, ਹੁਣ ਤਾਂ ਸਾਨੂੰ ਰਾਜਸਥਾਨ ਵੀ ਮਿਲ ਗਿਆ, ਹੁਣ ਤਾਂ ਸਾਡੇ ਕੋਲ ਯੂਪੀ ਵੀ ਆ ਗਿਆ। ਪਰਮਾਤਮਾ ਕਰੇ ਕਿ ਇੰਨੀਆਂ ਬਾਹਾਂ ਖੁੱਲ ਜਾਣ ਕਿ ਪੰਜਾਬ ਦਾ ਜਦੋਂ ਕੋਈ ਯੂਪੀ ਘੁੰਮਣ ਜਾਵੇ ਹੋਟਲ 'ਚ ਰਹਿਣ ਦੀ ਲੋੜ ਨਾ ਪਵੇ। ਉੱਥੇ ਤੁਹਾਡਾ ਜਿਹੜਾ ਦੋਸਤ ਬਣਿਆ ਹੋਊਗਾ ਉਹ ਕਹੇ ਤੂੰ ਮੇਰੇ ਕੋਲ ਆ ਜਾ। ਰਣਜੀਤ ਬਿਲਕੁਲ ਜਿੱਦਾਂ ਸਾਰੇ ਵੱਡੇ ਭਰਾਵਾਂ ਨੇ ਦੱਸਿਆ, ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਹੀ ਉਹਦੇ ਵਿੱਚ ਆ ਜਾਂਦੀਆਂ। ਪੰਜਾਬ ਬਹੁਤ ਮੁਸ਼ਕਿਲ ਨਾਲ ਇਕੱਠਾ ਹੋਇਆ ਹੈ, ਸਾਰੇ ਜਿੱਦਾਂ ਸਾਰੀਆਂ ਸਟੇਟਾਂ ਦੇ ਕਿਸਾਨ ਬਹੁਤ ਮੁਸ਼ਕਿਲ ਨਾਲ ਇਕੱਠੇ ਹੋਏ ਆ। ਸੋ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਕਿਸਾਨ, ਮਾਵਾਂ ਭੈਣਾਂ ਬਜ਼ੁਰਗ ਬੱਚੇ ਜਿਹੜੇ ਵੀ ਉੱਥੇ ਬੈਠੇ ਆ, ਉਹ ਸਾਰੇ ਹੀਰੋ ਆ। ਪਰਟੀਕੂਲਰ ਤੁਸੀਂ ਕਿਸੇ ਇੱਕ ਬੰਦੇ ਨੂੰ ਇੰਨਾ ਕ੍ਰੈਡਿਟ ਨਾ ਦਿਓ, ਕਿਸੇ ਵੀ ਇੱਕ ਬੰਦੇ ਮਗਰ ਇੰਨਾ ਨਾ ਲੱਗੋ ਕਿ ਫਿਰ ਤੁਸੀਂ ਕੁਝ ਦਿਨਾਂ ਬਾਅਦ ਹਰਟ ਹੋਵੋ, ਜਾਂ ਤੁਸੀਂ ਸਿਰਫ ਆਪਣਾ ਫੋਕਸ ਰੱਖੋ। ਜਿਹੜੇ ਵੀ ਉੱਥੇ ਪਹੁੰਚੇ ਉਹ ਸਾਰੇ ਆਪਾਂ ਇੱਕ ਮਕਸਦ ਲਈ, ਇੱਕ ਮੁੱਦੇ ਲਈ ਪਹੁੰਚੇ। ਸਾਡਾ ਸਿਰਫ ਮੁੱਦਾ ਇੱਕ ਆ, ਸਾਡਾ ਮਕਸਦ ਇੱਕ ਆ ਕਿ ਅਸੀਂ ਕਿਸਾਨੀ ਬਿੱਲ ਜਿਹੜੇ ਆ ਉਹ ਰੱਦ ਕਰਾਉਣੇ ਆ, ਔਰ ਆਪਾਂ ਆਪਣੇ ਸਾਰੇ ਭਰਾਵਾਂ ਦੀ ਜਿਹੜੀ ਜਿੱਤ ਚਾਹੁੰਦੇ ਆ, ਜਿੰਨੇ ਵੀ ਸਟੇਟਾਂ ਤੋਂ ਕਿਸਾਨ ਆ। ਸੋ ਬਸ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਵੀ ਕੋਈ ਵੀ ਇਦਾਂ ਦੀ ਸ਼ਰਾਰਤ ਜਿਹੜੀ ਆ ਉਹ ਸਾਡੇ ਵਿੱਚ ਨਾ ਇੰਨਾ ਹੱਲਾ ਗੁੱਲਾ ਕਰਦੇ ਵੀ ਆਪਾਂ ਇੰਨੀ ਛੇਤੀ ਟੁੱਟ ਜਾਈਏ ਜਾਂ ਇੰਨੀ ਛੇਤੀ ਆਪਾਂ ਘਰਾਂ ਨੂੰ ਵਾਪਸ ਪਰਤਣ ਲੱਗ ਜਾਈਏ। ਸੋ ਕਿਉਂਕਿ ਜਿੱਦਾਂ ਬਾਈ ਜੀ ਨੇ ਲਿਖਿਆ ਸੀਗਾ ਕਿ 6 ਮਹੀਨਿਆਂ ਦੀ ਜਿਹੜੀ ਮਿਹਨਤ ਆ ਉਹਨੂੰ ਕੋਈ ਇੱਕ ਦਿਨ 'ਚ ਹੀ ਨਾ ਆ ਕੇ ਯਾਰ ਇਦਾਂ ਬਖੇਰ ਜਾਵੇ ਵੀ ਅਸੀਂ ਸਾਡੇ ਕੋਲ ਬਾਅਦ 'ਚ ਇਕੱਠਾ ਹੀ ਨਾ ਹੋਵੇ ਕੁਝ ਵੀ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਤਗੜੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੇ ਬਾਕੀ ਸਾਰਿਆਂ ਦਾ ਸਾਥ ਹੈ ਇੱਕ ਦੂਜੇ ਨਾਲ, ਮਤਲਬ ਇੱਕੋ ਲੱਕੜਾਂ ਦੇ ਗੱਠਿਆਂ ਇਕੱਠੇ ਰਹੋ। ਕੱਲਾ ਹੋਵਾਂਗੇ ਤੇ ਜਲਦੀ ਟੁੱਟ ਜਾਵਾਂਗੇ। ਸੋ ਆਪਾਂ ਸਾਰੇ ਭਰਾ ਤੁਹਾਡੇ ਨਾਲ, ਜਿੱਥੇ ਸਾਡੀ ਜਿੱਦਾਂ ਅਸੀਂ ਕਰ ਸਕਦੇ ਹਾਂ ਉਦਾਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਗਾਣਿਆਂ ਥਰੂ, ਸੋਸ਼ਲ ਮੀਡੀਆ ਥਰੂ ਵੀ ਅਸੀਂ ਪੋਜ਼ਿਟਿਵਿਟੀ ਲਿਆਈਏ ਔਰ ਡਟੇ ਰਹੋ। ਪੰਜਾਬ ਚੜ੍ਹਦੀ ਕਲਾ 'ਚ ਜਾਓ। ਤਾਂ ਬਾਈ ਹੋਰਾਂ ਨੇ ਕਹਿ ਕੇ ਹੁਣ ਆਪਾਂ 4 ਕਦਮ ਅੱਗੇ ਜਾਵਾਂਗੇ, ਜਾ ਵੀ ਰਿਹਾ। ਮੈਨੂੰ ਲੱਗਦਾ ਹੁਣ ਜਿਹੜਾ ਉਤਸ਼ਾਹ ਪਿੰਡਾਂ 'ਚ, ਮੈਂ ਇਹੀ ਕੁਝ ਦੇਖਦਾ ਆਪਣੇ ਪਿੰਡ ਤੋਂ ਲੈ ਕੇ ਕਿ ਟਰਾਲੀਆਂ ਹੁਣ ਆਪਣੇ ਭਰਾਵਾਂ ਦੇ ਲਈ ਤਿਆਰ ਖੜੀਆਂ ਨੇ ਪਿੰਡਾਂ 'ਚੋਂ। ਯੂਪੀ ਦਾ ਤੁਸੀਂ ਦੇਖ ਰਹੇ ਹੋ, ਸਾਰੀ ਯੂਪੀ ਆ ਗਈ, ਤੇ ਸਾਰੇ ਕਲਾਕਾਰ ਜਿਹੜੇ ਵੀ ਤੁਸੀਂ ਸੁਣਦੇ ਹੋ, ਅਸੀਂ ਅੱਜ ਵੀ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਅੱਜ ਵੀ ਨਾਲ ਆ ਤੇ ਨਾਲ ਰਹਾਂਗੇ ਜਦ ਤੱਕ ਇਹ ਅੰਦੋਲਨ ਆਪਾਂ ਜਿੱਤ ਨਹੀਂ ਜਾਂਦੇ। ਸੋ ਸਾਰੇ ਭਰਾਵਾਂ ਨੂੰ ਵੀ ਬਾਬੇ ਦੇ ਭਰੋਸਾ ਰੱਖੋ, ਜਿੱਤ ਆਪਣੀ ਪੱਕੀ ਹੈ, ਤੇ ਹੌਸਲੇ ਜਿਹੜੇ ਨੇ ਬੁਲੰਦ ਰੱਖਿਓ, ਤੇ ਅਸੀਂ ਫਿਰ ਆਪਣੇ ਭਰਾਵਾਂ ਦੇ ਨਾਲ ਬਾਰਡਰ ਦੀਆਂ ਜਿਹੜੀਆਂ ਸਟੇਜਾਂ ਨੇ ਉੱਥੋਂ ਆਵਾਂਗੇ। ਜਿੱਤ ਤਾਂ ਅਸੀਂ ਜਮਾਂ ਹੀ ਨੇੜੇ ਫੇਰ ਚਲੇ ਗਏ। ਇੱਕੋ ਦਿਨ ਮੀਡੀਆ ਨੇ ਸਾਨੂੰ ਦੱਬਣ ਦੀ ਕੋਸ਼ਿਸ਼ ਕਰੀ, ਸਾਨੂੰ ਪੰਜਾਬ, ਯੂਪੀ, ਹਰਿਆਣਾ, ਰਾਜਸਥਾਨ ਨੂੰ। ਅਗਲੇ ਦਿਨ ਫਿਰ ਐਸੀ ਕਿਰਪਾ ਕੁਦਰਤ ਦੀ ਹੋਈ ਵੀ ਇਹ ਬੁਖਲਾਹਟ ਹੈ ਕਿ ਜਦੋਂ ਤੁਸੀਂ ਜਿਹੜੇ ਬੰਦੇ ਉੱਥੇ ਰਹਿਣੇ ਆ ਫੈਮਲੀਜ਼, ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹ ਭਰਾ ਬਣ ਗਏ ਸਾਡੇ। ਪਰ ਤੁਸੀਂ ਬੈਰੀਕੇਡਾਂ ਤੋਂ ਪਾਰ ਜਾ ਕੇ
ਕਿਸੇ ਇੱਕ ਸੰਬੰਧਿਤ ਸੋਚ ਵਾਲੇ ਲੋਕਾਂ ਨੂੰ ਲਿਆ ਕੇ ਤੁਸੀਂ ਕਹਿ ਰਹੇ ਹੋ ਬੰਦ ਕਰੋ, ਸਾਨੂੰ ਇੱਥੇ ਪ੍ਰੋਬਲਮ ਆ ਰਹੀ ਹੈ। ਜਿਹੜੇ ਰਹਿ ਰਹੇ ਉਹਨਾਂ ਦਾ ਪ੍ਰੋਬਲਮ ਹੀ ਨਹੀਂ ਕੋਈ ਪ੍ਰੋਬਲਮ। ਸੋ ਇਹ ਬਖਲਾਟ ਹੈ, ਇਹ ਜਮਾਂ 99 ਤੇ ਫਿਰ ਜਾ ਖੜੀ 20% ਇੱਕੋ ਰਹਿ ਗਿਆ। ਹਾਂ ਬਸ ਇਹ ਹੁਣ ਸਾਡਾ ਇੱਕ ਆ, ਔਰ ਫਿਰ ਸਾਰੇ ਸਬਰ ਸੰਤੋਖ ਸਬਰ। ਦੇਖੋ ਜਿਹੜੇ ਹਲੀਮੀ ਤਾਂ ਇਹ ਬਦਲਦੇ ਯੁੱਗ ਦੀ ਨਿਸ਼ਾਨੀ ਹੋਗੀ। ਵਾਇਲੈਂਸ ਨੂੰ ਕੋਈ ਵੀ ਦੁਨੀਆ ਦਾ ਬੰਦਾ ਮਾਨਤਾ ਨਹੀਂ ਦਿੰਦਾ। ਹਰ ਬੰਦਾ ਹੁਣੇ ਕਹਿੰਦਾ ਨਹੀਂ, ਔਰ ਇਹ ਜਿਹੜੀ ਸ਼ਾਂਤੀ ਅਸੀਂ ਦਿਖਾ ਰਹੇ ਹਾਂ, ਜਿਹੜੀ ਅੱਜ ਵੀ ਦਿਖਾਈ ਹੈ ਉੱਥੇ, ਇਹ ਸਾਡੀ ਜਿੱਤ ਹੈ। ਜਿੱਤ ਜਿੱਦਾਂ ਦੱਸਿਆ ਵੀ 1% ਦਾ ਹੀ ਕੰਮ ਰਹਿ ਗਿਆ, ਉਹ ਬਸ ਉਹ ਆਪਣੀ ਸ਼ਾਂਤੀ ਨੇ, ਆਪਣੇ ਜਿਹੜੇ ਆਪਣੇ ਅੰਦਰਲੇ ਹੌਸਲੇ ਆਪਾਂ ਸ਼ਾਂਤੀ ਰਾਹੀਂ ਚੁੱਪ ਰਾਹੀਂ ਬਣਾ ਕੇ ਰੱਖੀਏ ਤੇ ਮਾਲਕ ਮਿਹਰ ਕਰੂਗਾ। ਜੋ ਸਾਡੇ ਜੁੜਨ ਦਾ ਇੱਕ ਮਕਸਦ ਸੀਗਾ ਉਹ ਤੁਸੀਂ ਸਮਝ ਹੀ ਗਏ ਹੋਵੋਗੇ। ਬਸ ਇੰਨਾ ਹੀ ਕਹਾਂਗੇ ਆਖਰ ਤੇ ਕਿ ਉੱਥੇ ਬੈਠੇ ਲੋਕਾਂ ਦੇ ਹੱਥਾਂ ਦੀਆਂ ਇਹ ਗੋਈਆਂ ਦੇਖੋ, ਉਹਨਾਂ ਦੇ ਅੱਖਾਂ ਦਾ ਪਾਣੀ ਵੇਖੋ, ਉਹਨਾਂ ਨੂੰ ਡੀਕਦੀਆਂ ਅੱਖਾਂ ਵੇਖੋ, ਔਰ ਉਹ ਉਹਨਾਂ ਦੇ ਚਿਹਰਿਆਂ ਤੋਂ ਵੇਖੋ ਤੁਹਾਨੂੰ ਉਹ ਫਿਰਕਾ ਪ੍ਰਸਤ ਲੱਗਦੇ ਨੇ ਕਿ ਤੁਸੀਂ ਉਹਨਾਂ ਦੇ ਕਿਹੜੇ ਚੋਲੇ ਚੜਾਈ ਜਾਂਦੇ ਹੋ, ਔਰ ਇੱਕ ਨੇਕ ਮਕਸਦ ਨੂੰ ਉਹ ਲੱਗੇ ਹੋਏ ਨੇ, ਉਹਦੇ ਚ ਤੁਸੀਂ ਆਪ ਦੀ ਸਿਆਸਤ ਨਾ ਪਾਲੋ। ਔਰ ਮੈਂ ਉਹਦੇ ਤੇ ਬਿਲਕੁਲ ਸੋਚਣਾ ਬੰਦ ਕਰ ਦੇਣਾ ਚਾਹੀਦਾ। ਹੋ ਗਿਆ, ਉਹ ਬਦਲਿਆ ਨਹੀਂ ਜਾ ਸਕਦਾ। ਉਸ ਤੋਂ ਬਾਅਦ ਜਿਹੜੇ ਮੈਨੂੰ ਲੱਗਦਾ ਇੱਕ ਪਬਲਿਕ ਜਿਹੜਾ ਓਪੀਨੀਅਨ ਵੀ ਹੈ ਦੁਨੀਆ ਭਰ ਦੇ ਵਿੱਚੋਂ ਇਹੀ ਹੈ ਕਿ ਯਾਰ ਮੁੱਦਿਆਂ ਵੱਲ ਫੋਕਸ ਹੋਵੇ। ਤੇ ਅੱਜ ਜਿਹੜਾ ਸਭ ਤੋਂ ਜ਼ਰੂਰੀ ਵੱਡਾ ਮੈਸੇਜ ਦੇਣ ਦੀ ਉਹ ਇਹ ਜ਼ਰੂਰਤ ਹੈ ਕਿ ਅਸੀਂ ਕੀ ਸਾਡੇ ਜਿਹੜੇ ਉੱਥੇ ਬਜ਼ੁਰਗ ਬੈਠੇ ਆ, ਸਾਡੇ ਨੌਜਵਾਨ, ਕੱਲ ਮੈਂ ਇੱਕ ਦੇਖ ਰਿਹਾ ਸੀ, ਇੱਕ ਸਾਡੀ ਆਪਦੇ 2 ਬੱਚੇ ਨੂੰ ਉੱਥੇ ਲਈ ਬੈਠੀ ਹੈ, ਛੋਟੇ ਤੇ ਸਾਡਾ ਜਿਹੜਾ ਬਿਲਕੁਲ ਫੋਕਸ ਹੈ ਜਿਹੜਾ 100% ਉਹ ਉਹਨਾਂ ਦੀਆਂ ਮੰਗਾਂ ਤੇ ਹੋਣਾ ਚਾਹੀਦਾ। ਅਸੀਂ ਕੋਈ ਵੀ ਕਿਸੇ ਵੀ ਅਸੀਂ ਗਰੁੱਪ ਵਿੱਚ ਜਾਂ ਅਸੀਂ ਕੀ ਸੋਚ ਰੱਖਦੇ ਹਾਂ, ਅਸੀਂ ਕਿੱਥੇ ਖੜੇ ਹਾਂ, ਉਹ ਸਭ ਕਾਸੇ ਨੂੰ ਭੁੱਲ ਕੇ ਸਿਰਫ ਅਸੀਂ 3 ਜਿਹੜੇ ਬਿੱਲ ਨੇ ਤੇ MSP ਜਿਹੜੀ ਸਾਡੇ ਕਿਸਾਨਾਂ ਦੀ, ਹਿੰਦੁਸਤਾਨ ਦੇ ਕਿਸਾਨਾਂ ਦੀ ਜਿਹੜੀ ਡਿਮਾਂਡ ਆ, ਉਹਦੇ ਤੇ ਪੀਸਫੁਲੀ ਫੋਕਸ ਹੋਣਾ ਚਾਹੀਦਾ। ਉਹਦੀ ਗੱਲ ਹੋਣੀ ਚਾਹੀਦੀ ਤੇ ਕੀ ਅਸੀਂ ਆਪਣੇ ਘਰਾਂ 'ਚ ਬੈਠੇ ਜਾਂ ਅਸੀਂ ਬਾਹਰ ਦੂਰ ਬੈਠੇ ਕਿਤੇ, ਅਸੀਂ ਉਹਨਾਂ ਲਈ ਇੰਨਾ ਨਹੀਂ ਕਰ ਸਕਦੇ ਕਿ ਕੋਈ ਵੀ ਅਸੀਂ ਸੋਸ਼ਲ ਮੀਡੀਆ ਤੇ ਕੋਈ ਨੈਗੇਟਿਵ ਗੱਲ ਹੀ ਨਾ ਕਰੀਏ। ਔਰ ਜੇ ਕੋਈ ਅਸੀਂ ਕੁਝ ਲਿਖਣਾ ਉਹਦੇ ਬਾਰੇ ਅਸੀਂ 100 ਵਾਰੀ ਸੋਚੀਏ ਯਾਰ ਵੀ ਅਸੀਂ ਉਹਨਾਂ ਦਾ ਮੋਰਲ ਆ ਜਿਹੜਾ, ਉਹਨਾਂ ਨੂੰ ਅਸੀਂ ਕੋਈ ਡੈਮੇਜ ਆ ਉਹਨਾਂ ਨੂੰ ਇਸ ਤਰ੍ਹਾਂ ਤਾਂ ਨਹੀਂ ਕਰ ਰਹੇ ਕਿ ਅਸੀਂ ਗਲਤ ਹੱਥਾਂ ਜਿੱਦਾਂ ਉਹਨਾਂ ਨੂੰ ਤਾਂ ਨਹੀਂ ਅਸੀਂ ਫੇਵਰ ਕਰ ਰਹੇ ਕਿ। ਸੋ ਇਸ ਵਕਤ ਬਿਲਕੁਲ ਅਸੀਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਅਸੀਂ ਸਿਰਫ ਕਿਸਾਨਾਂ ਬਾਰੇ ਲਿਖੀਏ, ਉਹਨਾਂ ਬਾਰੇ ਬੋਲੀਏ ਤੇ ਦੂਜੇ ਸਾਨੂੰ ਹੋਰ ਕੋਈ ਗੱਲ ਨਹੀਂ। ਬੇਸਿਕਲੀ ਇੱਕ ਉਹਨਾਂ ਨੇ ਅੰਦੋਲਨ ਨੂੰ ਲੱਗਦਾ ਕਿ ਕਮਜ਼ੋਰ ਕਰਨ ਦੀ ਇੱਕ ਉਹ ਸਾਜ਼ਿਸ਼ ਸੀਗੀ, ਜੋ ਵੀ ਸੀਗਾ ਕਿ ਅੰਦੋਲਨ ਤੋਂ ਧਿਆਨ ਭਟਕਾਇਆ ਜਾਵੇ ਔਰ ਭਟਕ ਗਿਆ ਔਰ ਮੈਨੂੰ ਲੱਗਦਾ ਅਸੀਂ ਸਾਰੇ ਉਹਦੇ ਵਿੱਚ ਗੁੰਮਰਾਹ ਵੀ ਹੋ ਗਏ। ਵਰਲਡ ਲੈਵਲ ਤੇ ਜਿਹੜੀ ਇੱਕ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਉਹ ਗੱਲ ਹੀ ਸਿਰਫ ਇਹ ਕਰ ਰਿਹਾ ਸੀ, ਜਾਂ ਉਹ ਵੇਟ ਹੀ ਸਿਰਫ ਇਹ ਕਰਦਾ ਸੀਗਾ ਕਿ ਉੱਥੇ ਕੀ ਹੋ ਰਿਹਾ ਜਾਂ ਕੀ ਦਿੱਲੀ ਦੇ ਵਿੱਚ ਵਾਪਰ ਰਿਹਾ। ਲੋਕ ਸਪੀਚਾਂ ਸੁਣਦੇ ਸੀ ਜਿੱਦਾਂ ਰਾਜੇਵਾਲ ਸਾਹਿਬ ਜਾਂ ਹੋਰ ਕਿਸਾਨ ਆਗੂ ਜਿਹੜੇ ਵੀ ਉੱਥੇ ਆ, ਗੱਲਾਂ ਮੁੱਦੇ ਦੀ ਉਹਨਾਂ ਨੂੰ ਮੁੱਦੇ ਤੋਂ ਭਟਕਾਇਆ ਗਿਆ। ਬਾਕੀ ਏਡੀ ਕੋਈ ਗੱਲ ਨਹੀਂ, ਜਦੋਂ ਇੰਨੇ ਵੱਡੇ ਲੈਵਲ ਤੇ ਸੰਘਰਸ਼ ਚੱਲਦੇ ਆ ਉਹਦੇ ਵਿੱਚ ਛੋਟੀਆਂ ਗੱਲਾਂ ਜਿਹੜੀਆਂ ਆ ਉਹ ਹੁੰਦੀਆਂ ਅਕਸਰ ਹੁੰਦੀਆਂ। ਸੋ ਆਪਾਂ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਬਹੁਤ ਉਹ ਗੱਲਾਂ, ਉਹ ਨੈਰੇਟਿਵ ਜਿਹੜੇ ਗੱਲ ਹੋ ਰਹੀ ਸੀ MSP ਕਦੋਂ ਬਣੀ ਸੀ, ਕਿਉਂ ਬਣੀ ਸੀ, ਕਿਹੜੀ ਰੇਸ਼ੋ ਨਾਲ ਵਧੀ ਆ, ਉਹ ਗੱਲਾਂ ਭੁੱਲ ਗਏ ਤੇ ਗੱਲਾਂ ਇਹ ਸ਼ੁਰੂ ਹੋ ਗਈਆਂ ਕਿ ਕਿਹੜੇ ਰੰਗ ਦਾ ਔਰ ਕਿਹੜਾ ਉੱਥੇ ਝੰਡਾ ਲਹਿਰਾਇਆ ਗਿਆ ਔਰ ਕਿਉਂ ਲਹਿਰਾਇਆ ਗਿਆ। ਔਰ ਅਗਰ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਦੇਖੋ ਉੱਪਰ ਜਾ ਕੇ ਉੱਥੇ ਜਿੱਥੇ ਚਾਈਨਾ ਦੇ ਬਾਰਡਰ ਦੇ ਉੱਤੇ ਵੀ ਸਾਡਾ ਝੰਡਾ ਲੱਗਿਆ ਹੋਇਆ, ਠੀਕ ਹੈ। ਲਾਲ ਕਿਲੇ 'ਚ ਉਹਨਾਂ ਨੂੰ ਉਹ ਕੰਮ ਕੁਝ ਬੰਦੇ ਨੂੰ ਨਹੀਂ ਕਰਨਾ ਚਾਹੀਦਾ, ਉਹ ਗੱਲ ਅਲੱਗ ਹੈ, ਬਟ ਕਿਸੇ ਨੇ ਖਾਲਿਸਤਾਨ ਦਾ ਝੰਡਾ ਨਹੀਂ ਲਗਾਇਆ। ਜਸਟੀਫਿਕੇਸ਼ਨਸ ਬਹੁਤ ਨੇ ਕਿ ਲਾਉਣਾ ਗਲਤ ਨਹੀਂ ਸੀ ਵਗੈਰਾ ਵਗੈਰਾ, ਪਰ ਲਾਪੇ ਦੀ ਗੱਲ ਜਿਹੜੀ ਹਰਭਜਨ ਨੇ ਕਹੀ ਗੱਲ ਕਿ ਆਪਾਂ ਭਲਾ ਸੱਚੇ ਵੀ ਹਾਂ, ਅਸੀਂ ਉਸ ਗੱਲ ਪਾਸੇ ਨਹੀਂ ਜਾਣਾ, ਅਸੀਂ ਗੱਲ ਹੀ ਨਹੀਂ ਕਰਨੀ। ਕਿਉਂ ਬਾਬੂ, ਅਸੀਂ ਗੱਲ ਕਰਨੀ ਹੈ ਕਿਸਾਨੀ ਦੇ ਬਿੱਲਾਂ ਦੀ। ਦੇਖੋ ਜਿਹੜਾ ਇਹ ਫਿਰਕਾ ਪ੍ਰਸਤੀ ਵਾਲਾ ਸਿਸਟਮ ਹੈ, ਇਹ ਤਾਂ ਕੰਮ ਹੀ ਹੁੰਦਾ ਸਿਆਸਤਦਾਨ ਦਾ। ਜਿਹੜਾ ਕੰਮ 47 ਚ ਹੋਇਆ, ਦੇਖੋ ਪਹਿਲਾਂ 47 ਚ ਹੋਇਆ, ਹੁਣ ਆਪਣੇ ਲੋਕ ਉਹ ਜਿਹੜਾ ਪੰਜਾਬ ਛੱਡ ਕੇ ਆਏ ਬਜ਼ੁਰਗ ਅੱਜ ਤੱਕ ਰੋਨੇ ਆ, ਇੰਨਾ ਮਤਲਬ ਅੰਦਰ ਕੰਮ ਜਾਂਦਾ। ਮੈਂ ਕਈ ਵਾਰੀ ਪੜਦਾ ਵਰਲਡ ਦੀਆਂ ਕਿਤਾਬਾਂ ਐ ਜਿਹਦਾ ਕਾਲਜਾ ਨਹੀਂ ਗੁੰਨਿਆ ਜਾਂਦਾ ਹੈ ਵੀ ਇੰਨੇ ਵਹਿਸ਼ੀ ਵੀ ਹੋ ਸਕਦੇ ਆਪਾਂ। ਮਸਲਾ ਤਾਂ ਅੰਦਰ ਦੀ ਵਹਿਸ਼ਤ ਖਤਮ ਕਰਦਾ ਕਿ ਜੇ ਦੁਨੀਆ ਦਾ ਸਰੂਪ ਬਦਲ ਗਿਆ, ਲੜਾਈ ਦਾ ਤਰੀਕਾ ਬਦਲ ਗਿਆ, ਹੁਣ ਦਿਮਾਗਾਂ ਦੀ ਲੜਾਈ ਰਹਿ ਗਈ। ਇਹ ਜਿਹੜਾ ਡੈਮੋਕ੍ਰੈਟਿਕ ਸੈਟਅਪ ਜਿਹੜਾ ਬਣਾਇਆ, ਵੈਸੇ ਤਾਂ ਇਹ ਸੋ ਕਾਰਡ ਹੀ ਹੈ, ਇਹ ਤਾਂ 500-700 ਬੰਦੇ ਗੇਮ ਘਵਾਈ ਜਾਂਦੇ ਨਾ। ਪੰਜਾਬ ਆ ਮੰਨ ਲਓ ਹੁਣ ਸਿਆਸਤਦਾਨ 117 ਬੰਦਿਆਂ ਦਾ ਖਾਬ ਹੈ ਕਿ ਮੈਂ ਇਹ ਕਰ ਦੂੰਗਾ। ਆਮ ਲੋਕ ਤਾਂ ਉਦਾਂ ਹੀ ਜੀਵ ਰਹੇ। ਅਸੀਂ ਅੰਗਰੇਜ਼ਾਂ ਨੂੰ ਪਾਣੀ ਪੀ ਕੇ ਗਾਲਾਂ ਕੱਢਦੇ ਸੀ, ਅੱਜ ਉਹਨਾਂ ਦੇ ਮੁਲਕ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ।
ਉਧਰ ਨੂੰ ਭੱਜੀ ਜਾਂਦੇ ਹਾਂ ਭੱਜਦੇ ਆ। ਕਿਉਂ? ਅਸੀਂ ਤਾਂ ਪਾਣੀ ਪੀ ਗਾਲਾਂ ਕੱਢੀ ਵੀ ਆਇਆ ਕਰਦੇ ਸੀ, ਪਰ ਜਦੋਂ ਅੱਜ ਦਾ ਸ਼ਾਸਕ ਦੇਖਦੇ ਆ ਇਹਦੇ ਚ ਔਰ ਉਹਦੇ ਚ ਕੀ ਫਰਕ ਹੈ? ਇਹਦਾ ਮਤਲਬ ਜਦੋਂ ਬੰਦਾ ਪਾਵਰ 'ਚ ਹੁੰਦਾ ਹੈ ਉਹ ਇਸ ਤਰ੍ਹਾਂ ਦੇ ਜ਼ੁਲਮ ਕਰਨ ਦਾ ਆਦੀ ਹੋ ਜਾਂਦਾ, ਕਿਉਂਕਿ ਉਹਦੇ ਅੰਦਰ ਇੱਕ ਫਤੂਰ ਹੋ ਜਾਂਦਾ। ਉਹ ਕਿਸੇ ਵੀ ਮੁਲਕ ਦਾ ਹੋਵੇ, ਜ਼ਰੂਰੀ ਨਹੀਂ ਸਾਡੇ ਦਾ ਹੋਵੇ। ਔਰ ਕਿਸਾਨੀ ਨਾਲ ਪੂਰੀ ਦੁਨੀਆ 'ਚ ਧੱਕਾ ਹੋ ਰਿਹਾ। ਵਿਦੇਸ਼ਾਂ 'ਚ ਇਸ ਕਰਕੇ ਰੌਲਾ ਘੱਟ ਪੈਂਦਾ ਹੈ ਕਿਉਂਕਿ ਉੱਥੇ ਖੇਤੀ ਕਰਨ ਵਾਲੇ ਘੱਟ ਹੈ, ਨਵੇਂ ਬੱਚੇ ਵੈਸੇ ਨਹੀਂ ਜਾਂਦੇ ਖੇਤਾਂ 'ਚ। ਪਰ ਸਾਡੇ ਤਾਂ 80-85 ਕਰੋੜ ਬੰਦਾ ਸਿੱਧੇ ਜੁੜਿਆ ਹੋਇਆ ਇਹਦੇ ਨਾਲ। ਅਸੀਂ ਕਿੱਦਾਂ ਛੱਡ ਦਈਏ ਇਹ ਤਾਂ ਸਾਡੇ ਤਾਂ ਸਾਹਮਣੇ। ਨਾਲੇ ਉੱਥੇ ਵੀ ਜਿਹੜੀ ਨਾ ਖੇਤੀ, ਉੱਥੇ ਵੀ ਕਾਰਪੋਰੇਟ ਨੇ ਇਦਾਂ ਹੀ ਕਬਜ਼ਾ ਕੀਤਾ। ਖੇਤੀ ਉੱਥੇ ਪਿੱਛੇ ਚਲੀ ਗਈ, ਉੱਥੇ ਲੋਕ ਬੋਲੇ ਨਹੀਂ ਕਿਉਂਕਿ ਉਹਨਾਂ ਨੂੰ ਹੋਰ ਖੇਤਰਾਂ ਦੇ ਵਿੱਚ ਨੌਕਰੀਆਂ ਮਿਲ ਗਈਆਂ। ਸਾਡੇ ਤਾਂ ਹੋਰ ਕਾਰੋਬਾਰੀ ਕੁਝ ਨਹੀਂ ਕਰਦੇ। ਇਹੀ ਚੀਜ਼ ਦਾ ਰੌਲਾ ਪੈ ਰਿਹਾ। ਆ ਗੱਲਾਂ 'ਚ ਕਿਉਂ ਉਲਝਾਇਆ ਜਾਂਦਾ ਹੈ? ਹੁਣ MSP ਦੀ ਗੱਲ ਕਰਦੇ ਨੇ। MSP ਜਿਸ ਰੇਸ਼ੋ ਨਾਲ ਵਧੀ ਹੈ ਤੇ ਖਰਚੇ ਜਿਸ ਰੇਸ਼ੋ ਨਾਲ ਵਧੇ ਨੇ ਉਹਨੂੰ ਵੀ ਛੱਡ ਦਿਓ। ਤੁਸੀਂ ਜਿਹੜੀਆਂ ਤਨਖਾਹਾਂ ਵਧਾਈਆਂ ਨੇ ਜਿਸ ਰੇਸ਼ੋ ਨਾਲ, ਔਰ MSP ਜਿਸ ਰੇਸ਼ੋ ਨਾਲ ਵਧੀ ਹੈ, ਉਹਦਾ ਫਰਕ ਦੇਖ ਲਓ ਕਿੰਨਾ ਹੈ। ਉਹਨੇ ਡਰ ਕਿਉਂ ਰਹੇ ਸੀ? ਕਿਉਂਕਿ ਜਦੋਂ MSP ਦੀ ਗੱਲ ਚੱਲਣੀ ਸੀ ਕਿ ਇੰਨੀਆਂ ਫਸਲਾਂ ਦੇ ਕਰੋ, ਨਾਲ ਆ ਗੱਲਾਂ ਵੀ ਆਉਣੀਆਂ ਸੀ ਕਿ ਯਾਰ ਉਹਨੂੰ ਵਧਾਉਣ ਦੀ ਰੇਸ਼ੋ ਵੀ ਫਿਕਸ ਕਰੋ ਸਹੀ। ਉਹਨਾਂ ਨੇ ਦਿੱਲੀ ਦੇ ਜਿਹੜੇ ਸ਼ਾਸਕ ਆ ਉਹਨਾਂ ਨੇ ਸਵਾਮੀ ਸਾਹਿਬ ਨੂੰ ਕਿਹਾ ਸੀ ਰਿਪੋਰਟ ਬਣਾਉਣ ਨੂੰ, ਫਿਰ ਉਹ ਲਾਗੂ ਕਿਉਂ ਨਹੀਂ ਕਰਦੇ ਹੁਣ? ਉਹੀ ਤਾਂ। ਔਰ ਜਦੋਂ ਆਪੋਜੀਸ਼ਨ ਹੁੰਦੇ ਕਹਿੰਦੇ ਕਰਾਂਗੇ। ਹਾਂ, तो मसला ਇੱਥੇ ਵੀ ਨਹੀਂ ਖਤਮ ਹੋਣਾ। ਇਹ ਮੰਗਾ ਵੀ ਮਨਵਾ ਲੈਣਗੇ। ਹੁਣ ਤਾਂ ਚਲੋ ਸਾਰਾ ਭਾਰਤ ਹੀ ਉੱਠ ਖੜਿਆ ਪੰਜਾਬੀ ਦੀ ਜਗ੍ਹਾ ਤਾਂ। ਮਸਲਾ ਤਾਂ ਇਹ ਕਿ ਭਵਿੱਖ 'ਚ ਵੀ ਸੋਚਣਾ ਪਊਗਾ ਕਿ ਅਸੀਂ ਸ਼ਾਸਕ ਕਿਸ ਤਰ੍ਹਾਂ ਦੇ ਚਾਹੁੰਦੇ ਆ। ਇਹ ਗੱਲਾਂ ਸੋਚਣੀਆਂ ਪੈਣਗੀਆਂ। ਪਰ ਮੈਨੂੰ ਲੱਗਦਾ ਨਾ ਇਹ ਚੀਜ਼ਾਂ ਜੁੜ ਗਈਆਂ। ਹਾਂ ਬੱਬੂ, ਤੂੰ ਵੀ ਉੱਥੇ ਬਹੁਤ ਟਾਈਮ ਲਾ ਕੇ ਆਇਆ। ਸਾਰੇ ਕਲਾਕਾਰ ਹੀ ਗਏ ਆ, ਸਾਰੇ ਜਾਂਦੇ ਬੋਲਦੇ ਆ। ਭਾਈ ਇਸ ਅੰਦੋਲਨ 'ਚ ਬਰਾਬਰ ਦਾ ਯੋਗਦਾਨ ਹੈ, ਮਤਲਬ ਸਭ ਦਾ ਹੀ ਹੈ। ਯੂਨੀਅਨ ਦਾ ਕੰਮ ਹੀ ਹੈ ਉਹਨਾਂ ਦਾ, ਕਿਉਂਕਿ ਉਹ ਲੀਡ ਕਰਦੇ ਆ। ਔਰ ਆਰਟਿਸਟ ਇਹਨੂੰ ਹੈ ਤਿੱਖਾ ਕਰਤਾ। ਤੁਸੀਂ, ਮੈਂ ਕਹਿੰਦਾ ਕਿ ਜਿਹੜੇ ਉੱਥੇ ਬਜ਼ੁਰਗ ਬੈਠੇ ਜਦੋਂ ਉਹਨਾਂ ਨਾਲ ਗੱਲ ਕਰੀਦੀ ਹੈ, ਉਹਨਾਂ ਨੂੰ ਕੱਲੀ ਜਿਹੜਾ ਕੀ ਲਾ, ਉਹਦੇ ਵਿੱਚ ਕੀ ਨੁਕਸਾਨ, ਸਾਨੂੰ ਕਿਵੇਂ ਡੈਮੇਜ ਕਰੋ, ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਹੈ। A to Z ਉਹਨਾਂ ਨੂੰ ਪਤਾ ਹੈਗਾ। ਗੱਲ ਮੈਨੂੰ ਇਹ ਲੱਗਦਾ ਕਿ ਹੁਣ ਜਿਹੜੀ ਸਭ ਤੋਂ ਇਸ ਵਕਤ ਜ਼ਰੂਰੀ ਆ ਉਹ ਇਹ ਆ ਕਿ ਅਸੀਂ ਇੱਕ ਸਭ ਨੇ ਇੱਕ ਹੋ ਕੇ ਚੱਲਣਾ। ਸਾਡੇ ਜਿਹੜੇ ਬਜ਼ੁਰਗ ਉੱਥੇ 80 ਸਾਲਾਂ ਦੀਆਂ ਜਦੋਂ ਸਵੇਰੇ 3-4 ਵਜੇ ਤਰੇਲ ਪੈਂਦੀ ਆ, ਧੁੰਦ, ਜਦੋਂ ਕਿਹੜੇ ਹਾਲਾਤਾਂ 'ਚ ਉੱਥੇ ਰਹਿੰਦੇ ਹੈਗੇ, ਕਦੇ ਜਾ ਕੇ ਤਾਂ ਦੇਖ ਗਏ। ਤੇ ਸਾਨੂੰ ਜਿਹੜੇ ਵੀ ਅਸੀਂ, ਸਾਡਾ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਂ ਨਾ ਸਹਿਮਤ ਹੋਈਏ, ਅਸੀਂ ਆਪਦੀ ਈਗੋ ਨੂੰ ਖਤਮ ਕਰ ਦੇਈਏ। ਅਸੀਂ ਸਿਰਫ ਜਦੋਂ ਲਿਖਣਾ ਅਸੀਂ ਉਹਨਾਂ ਬਾਰੇ ਗੱਲ ਕਰੀਏ, ਉਹਨਾਂ ਬਾਰੇ। ਇੱਕ ਚੀਜ਼ ਚਲੋ ਵਧੀਆ ਵੀ ਹੋ ਗਈ, ਇਹਦੇ ਨਾਲ ਪਤਾ ਚੱਲ ਗਿਆ ਵੀ ਆਪਾਂ ਕਿਹੜੇ ਪੱਖ ਤੋਂ ਕਮਜ਼ੋਰ ਸੀਗੇ। ਮਤਲਬ ਕਿਉਂਕਿ ਸਰਕਾਰ ਕੋਲ ਕੋਈ ਜਾਂ ਏਜੰਸੀ ਕੋਲ ਕੋਈ ਐਸਾ ਚਾਂਸ ਹੀ ਨਹੀਂ ਸੀਗਾ ਵੀ ਯਾਰ ਇਹਨਾਂ ਨੂੰ ਕੀ ਕੀਤਾ ਜਾਵੇ। ਮਤਲਬ ਪੰਜਾਬ ਤੋਂ ਲੱਖਾਂ ਬੰਦਾ ਗਿਆ, ਕਿਸੇ ਨੇ ਫੁੱਲ ਤੱਕ ਨਹੀਂ ਤੋੜਿਆ। ਮਤਲਬ ਹਿੰਸਾ ਦੇ ਜੇ ਆਪਾਂ ਸੋ ਉਹਨਾਂ ਨੂੰ ਮੌਕਾ ਮਿਲਿਆ। ਜਿਹੜਾ ਕੰਮ ਪ੍ਰੀਚਰ ਦਾ ਸੀ ਨਾ, ਜਿਹੜੇ ਉਹ ਨਹੀਂ ਕਰ ਸਕਿਆ ਪ੍ਰੀਚਰ ਵਰਗ, ਉਹ ਇਸ ਅੰਦੋਲਨ 'ਚ ਆਮ ਲੋਕਾਂ ਨੇ ਲੰਗਰ ਵਰਤਾ ਕੇ ਪੂਰੇ ਪ੍ਰੈਕਟੀਕਲ ਲੋਕਾਂ ਨੂੰ ਕੱਲ ਯਾਰ ਕਿਸੇ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਜਿਹੜਾ ਇਸ ਵਕਤ ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਮੈਗਜ਼ੀਨਸ, ਜਿਹੜੇ ਕਹਿੰਦੇ ਕਹਾਉਂਦੇ ਅਖਬਾਰਾਂ, ਟੈਲੀਵਿਜ਼ਨ ਇੰਟਰਨੈਸ਼ਨਲ, ਜਦੋਂ ਉੱਥੇ ਵੈਸੇ ਵੀ ਕਿਹੜਾ ਆਪਣੀ ਸਿਫਤ ਥੋੜੀ ਹੋ ਰਹੀ ਹੈ, ਆਪਣੇ ਲੰਗਰ ਜਿਵੇਂ ਆਪਣੇ ਲੁਕਾਈ ਦੀ ਸੇਵਾ ਹੋ ਰਹੀ ਆ, ਉੱਥੇ ਆਂਢ ਗੁਆਂਢ ਦੇ ਜਿਹੜੇ ਗਰੀਬ ਬੱਚੇ ਵਿਚਾਰੇ 3-3 ਦਿਹਾੜੀ ਲਾ ਕੇ ਖਾਣਾ ਖਾਂਦੇ ਆ, ਉਹ ਵੀ ਤਾਂ ਇੱਕ ਤੁਹਾਡੀ ਬੱਲੇ ਬੱਲੀ ਹੈ ਨਾ, ਤੁਹਾਡੀ ਤਾਕਤ ਹੀ ਹੈ ਨਾ ਦੁਨੀਆ ਦੇ ਵਿੱਚ। ਗੱਲ ਹੋ ਗਈ ਜਿਸ ਤਰ੍ਹਾਂ ਦੇ ਸਰੂਪ 'ਚ ਰਹਿਣਾ ਚਾਹੁੰਦੇ ਪੰਜਾਬੀ, ਉਹੋ ਹੀ ਜੋ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਜਾਬ ਸੀ ਨਾ, ਉਹ ਲੋਕਾਂ ਨੇ ਸਾਬਤ ਕੀਤਾ। ਮਤਲਬ ਹੁਣ ਅਸੀਂ ਲੰਗਰ ਦੀ ਐਕਸਟੈਂਸ਼ਨ ਕਰਤੀ, ਕਿਤਾਬਾਂ ਦਾ ਲੰਗਰ, ਦਵਾਈਆਂ ਦਾ ਲੰਗਰ, ਕਿਰਦਾਰ ਦਾ ਜੋ ਸਾਡੇ ਦਾ ਪ੍ਰਦਰਸ਼ਨ ਹੋ ਰਿਹਾ ਇੱਕ ਤਰ੍ਹਾਂ ਦਾ। ਕਿਸੇ ਵਕਤ ਧਾਰਮਿਕ ਸਥਾਨਾਂ ਤੱਕ ਹੀ ਸੀਮਤ ਸੀ ਲੰਗਰ। ਅੱਜ ਜਿੱਥੇ ਪੰਜਾਬੀ ਆ ਉੱਥੇ ਲੰਗਰ। ਅੱਛੇ ਕੰਮ ਦੀ ਐਕਸਟੈਂਸ਼ਨ। ਹੋਰ ਕੋਈ ਗੱਲ ਚਾਹੁੰਦਾ ਹੀ ਨਹੀਂ। ਜੇ ਤੁਸੀਂ ਅੱਜ ਦੀ ਡੇਟ 'ਚ ਕਿਤੇ ਗਾਉਂਦੇ ਵੀ ਆ ਤਾਂ ਲੋਕਾਂ ਨੂੰ ਇੱਕੋ ਚੀਜ਼ ਚਾਹੀਦੀ ਵੀ ਯਾਰ ਕਿਸਾਨੀ ਦੀ ਗੱਲ। ਲੋਕਾਂ ਨੇ ਕਿਹਾ ਕਿ ਮੈਨੂੰ ਇਹ 'ਚ ਕੋਈ ਝਿਜਕ ਨਹੀਂ, ਆਪਾਂ ਜਥੇਬੰਦੀਆਂ ਦੇ ਨਾਲ ਖੜੇ ਆ। ਗਾਂ ਤੋਂ ਇੱਕ ਜਥੇਬੰਦੀਆਂ ਨੂੰ ਵੀ ਇਹ ਪੱਕਾ ਕਰ ਲੈਣਾ ਚਾਹੀਦਾ ਕਿ ਜੋ ਤੁਸੀਂ ਮੀਟਿੰਗ 'ਚ ਜਾ ਕੇ ਆਉਣੇ ਆ, ਜਾਂ ਜਿਵੇਂ 26 ਵਾਲੀ ਸੀ, ਕੋਈ ਪਰਮਿਸ਼ਨ ਸੀਗੀ, ਆ ਕੇ ਤੁਸੀਂ ਲੋਕਾਂ ਨੂੰ ਇੱਕ ਵਾਰੀ ਉਹਨਾਂ ਨੂੰ ਡਿਸਕਸ ਕਰ ਲਓ, ਭਾਈ ਆਹ ਹੈ, ਦੱਸੋ ਆਪਾਂ ਕਿਵੇਂ। ਅਸੀਂ ਮੁੰਡਿਆਂ ਨੂੰ ਦੋਸ਼ ਦੇ ਦਈਏ ਕਿ ਆਹ ਕਰਤਾ, ਉਹ ਕਰਤਾ, ਪਰ ਯਾਰ ਤੁਸੀਂ ਕੀ ਕਹਿੰਦੇ ਰਹੇ ਹੋ ਤੇ ਬਾਅਦ ਚੋਂ ਕਿਉਂ ਬਦਲਿਆ, ਕਿਵੇਂ ਬਦਲਿਆ? ਮੈਨੂੰ ਲੱਗਦਾ ਵੀ ਉਹਨਾਂ 'ਚ ਨਾ ਜਾ ਕੇ, ਇਤਫਾਕ ਦੀ ਗੱਲ ਬਹੁਤ ਵੱਡੀ ਗੱਲ, ਉਹਨਾਂ 'ਚ ਨਾ ਜਾ ਕੇ ਜਿਹੜੇ ਪੰਜਾਬ ਜਾਂ ਹਰਿਆਣਾ ਜੱਟ ਜਾਂ ਜਿਹੜੇ ਜਾਟ ਹੈ, ਇਹ ਨਸਲ ਇੱਕੋ ਸੀ,
ਕਿੰਨੀ ਵੰਡੀ ਗਈ ਹੋਈ ਸੀ ਪਿਛਲੇ, ਮੈਂ ਜਦ ਦੀ ਆਪਣੀ ਸੋਚੀ ਸਾਹਮਣੇ ਉਹ ਤੋਂ ਵੀ 500-700 ਸਾਲ ਪਹਿਲਾਂ ਦਾ, ਜਦੋਂ ਤੋਂ ਇਹਨਾਂ ਦਾ ਰੂਲ ਖਤਮ ਹੋਇਆ ਜੱਟਾਂ ਦਾ ਜਾਂ ਜੱਟਾਂ ਦਾ, ਜਦੋਂ ਕਿਸੇ ਵਕਤ ਰੂਲ ਸੀ, ਕਿੱਦਾਂ ਇਹਨਾਂ ਨੂੰ ਨੱਪਿਆ ਗਿਆ, ਕਿੱਦਾਂ ਟੈਕਨੀਕ ਨਾਲ ਥੋੜੀ ਜਿਹੀ ਪਰਸੈਂਟੇਜ ਜਿਹੜੇ ਛਾਤਰ ਲੋਕ ਹੁੰਦੇ ਆ। ਤੇ ਅੱਜ ਉਹ ਜਿਹੜਾ ਕੰਮ ਸਿਆਸਤਦਾਨ ਨਹੀਂ ਕਰ ਸਕੇ, ਜਿਹੜਾ ਪ੍ਰੀਚਰ ਨਹੀਂ ਕਰ ਸਕਿਆ, ਉਹ ਇਸ ਅੰਦੋਲਨ ਨੇ ਕਰਤਾ। ਮੇਰੇ ਮਨ ਦੀ ਇਹ ਤਮੰਨਾ ਐਂ ਕਰਤਾ, ਚੁਟਕੀ ਵਜਾਉਂਦੇ ਆ। ਸਾਨੂੰ ਹੁਣ ਇਹ ਵੀ ਹੋਣਾ ਚਾਹੀਦਾ ਵੀ ਜੇ ਕਿਸੇ ਸੱਜਣ ਮਿੱਤਰ ਨੇ ਕਹੇ ਤੁਹਾਡੇ ਕੋਲ ਮੰਨ ਲਓ ਤੁਸੀਂ ਘਰ ਖਰੀਦਿਆ ਜਾਂ ਇੱਕ ਜਗ੍ਹਾ ਹੋਰ ਖਰੀਦਣੀ ਹੈ, ਤਾਂ ਕੋਸ਼ਿਸ਼ ਕਰੋ ਕਿ ਹਰਿਆਣਾ ਵੀ ਸਾਡਾ ਘਰ, ਅਸੀਂ ਕਰਨਾਲ ਵੀ ਕੋਸ਼ਿਸ਼ ਕਰੀਏ ਵੀ ਅਸੀਂ ਉੱਥੇ ਵੀ ਰਹੀਏ, ਸਾਡੇ ਬੰਦੇ ਆ ਯਾਰ, ਸਾਡਾ ਰਾਜਸਥਾਨ ਵੀ ਹੈ, ਅਸੀਂ ਗੰਗਾਨਗਰ ਵੀ ਟੱਪੀ। ਮੈਨੂੰ ਹਰਭਜਨ ਨੇ ਦੱਸਿਆ, ਮੈਨੂੰ ਹਰਭਜਨ ਨੇ ਬੜੀ ਵਧੀਆ ਗੱਲ ਦੱਸੀ ਹੈ, ਜਦੋਂ ਤੋਂ ਇਹ ਅੰਦੋਲਨ ਹੋਇਆ ਮੈਂ 3 ਪ੍ਰੋਗਰਾਮਾਂ ਦਾ ਹਰਿਆਣੇ ਚ ਕਰਕੇ ਆਇਆ, ਔਰ ਉਹ ਬਹੁਤ ਪ੍ਰੋਗਰਾਮ ਇਹ ਕਰ ਰਹੇ ਸਾਰੇ ਇਹਨੂੰ ਕਹਿ ਰਹੇ ਸੀ ਕਿ ਸਾਡੇ ਭਰਾ ਹੋ ਯਾਰ ਤੁਸੀਂ ਤਾਂ। ਓਏ ਅਸੀਂ ਭਰਾ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ, ਬੜੇ ਭਾਈ ਦੇ। ਅਸੀਂ ਇੱਕ ਦਿਨ ਟੀਕਰੀ ਗਏ ਤੇ ਇੱਕ 60-65 ਸਾਲਾਂ ਦਾ ਬਜ਼ੁਰਗ ਜਾਂਦਾ ਸੀਗਾ, 70 ਸਾਲ ਦਾ, ਜਦੋਂ ਹੱਥ ਦਿੱਤਾ ਸੀ ਕਾਰ 'ਚ ਬਿਠਾ ਲਿਆ, ਉਹਨੂੰ ਕੋਈ ਪਤਾ ਨਹੀਂ ਮੈਂ ਕੌਣ ਆ, ਤੇ ਮੈਨੂੰ ਵੀ ਮੈਂ ਕਿਹਾ ਚੱਲ ਗੱਲਾਂ ਸੁਣ ਲੈ ਇਹਨਾਂ ਦਾ ਕੀ opinion ਲੱਗਾ। ਤੇ ਕਿਉਂਕਿ ਕੇਰਾਂ ਤੁਹਾਡੇ ਦਿਲਾਂ 'ਚ ਇੰਨੇ ਫਿੱਕ ਪਾਏ ਹੁੰਦੇ ਹੈਗੇ ਕਿ ਤੁਹਾਨੂੰ ਇਹ ਸਭ ਐ ਲੱਗਦਾ ਯਾਰ ਪਤਾ ਨਹੀਂ ਹੈ ਸਾਡੇ ਬਾਰੇ ਕੀ ਸੋਚਦੇ ਆਉਣਗੇ, ਆਪਾਂ ਆਪ ਹੀ ਬੰਦਾ ਇੱਕ ਜੱਜਮੈਂਟ ਜੀ ਦਿਮਾਗ 'ਚ ਬਣਾ ਲੈਂਦਾ। ਉਹ ਗੱਡੀ 'ਚ ਬੈਠਾ ਸਰ ਮੈਂ ਜਾਣ ਕੇ ਮੈਂ ਕਿਹਾ ਜੀ SYL ਜਾਂ ਕਿਵੇਂ, अरे पंजाब बड़ा भाई है, जरूरत तो होगी पानी की तो हम मांग लेंगे, पहले तो जमीन बचानी है, जमीन बचेगी तो फिर पानी चाहिए। आज 40 साल पहला पैदा ही नहीं कर सकते खून खराबा वजह है, क्या बात है, पर समझे नहीं ਇਹਦੀ ਤਕਲੀਫ ਵੀ ਹੋਈ ਇਹਨਾਂ ਨੂੰ ਇਸੇ ਕਰਕੇ ਯਾਰ। ਦੇਖੋ ਜਿਵੇਂ ਬੱਬੂ ਨੇ ਹੁਣ ਗੱਲ ਕਹੀ ਕਿ ਅਸੀਂ ਜੁੜ ਗਏ, ਚਾਹੇ ਉਹ ਜਾਟ ਹੋਵੇ, ਚਾਹੇ ਜੱਟ ਹੋਵੇ, ਚਾਹੇ ਯੂਪੀ ਦਾ ਹੋਵੇ, ਚਾਹੇ ਕਰਨਾਟਕ ਵਾਲੇ ਬੈਠੇ ਸੀ ਉਧਰ। ਹੁਣ ਹੋਇਆ ਕੀ, ਜਦੋਂ ਉਹ ਮਿਲ ਗਏ ਫਿਰ ਕਿਵੇਂ ਤੋੜੀਏ ਨਾ, ਫਿਰ ਕਿਵੇਂ ਤੋੜੀਏ, ਫਿਰ ਧਰਮ ਲੈ ਆਓ ਵਿੱਚ, ਫਿਰ ਝੰਡੇ ਲੈ ਆਓ ਵਿੱਚ, ਫਿਰ ਇਹ ਚੀਜ਼ਾਂ ਪੈਦਾ ਕਰ ਦਿਓ। ਆਪਣੀ ਜਿਹੜੀ ਹੁਣ ਵੀ ਆਪਾਂ ਜਿਸ ਮੁੱਦੇ ਤੇ ਸੀ ਕਿ ਭਾਈ ਲੋਕੋ ਇਹ ਸਮਝੋ, ਇਹ ਸੋਚੋ ਕਿ ਇਹ ਤੁਹਾਡੇ ਜੁੜਾਵ ਤੋਂ ਇਹ ਦੁਖੀ ਨੇ, ਇਸ ਕਰਕੇ ਤੁਹਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਆ। ਭਾਈ ਇਹ ਵੀ ਚੀਜ਼ ਹੋ ਜੂ, ਚਲੋ ਆਪਾਂ ਚਲੋ ਜਿੱਤ ਕੇ ਆਉਂਦੇ ਜਾਂ ਬਿੱਲ ਵਾਪਸ ਹੁੰਦੇ ਆ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਦਾਂ ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜੇ ਇਸ ਲੈਵਲ ਤੇ ਲੋਕ ਇੱਕ ਵਾਰ ਤੇ ਇਕੱਠੇ ਹੋਣ ਲੱਗ ਪਏ ਕਿਤੇ ਵੀ ਪੰਜਾਬ ਦੇ ਵਿੱਚ, ਤਾਂ ਉਹ ਘਟਨਾਵਾਂ ਵੀ ਜਿਹੜੀਆਂ, ਉਹ ਚੀਜ਼ਾਂ ਵੀ ਜਿਹੜੀਆਂ ਉਹ ਵਾਪਰਨਾ, ਮਤਲਬ ਉਹਨਾਂ ਬਾਰੇ ਖਿਆਲ ਵੀ ਨਹੀਂ ਆਊਗਾ। ਦੇਖੋ ਜਦੋਂ ਤੁਸੀਂ ਜਦੋਂ ਇੱਕ ਹੋ ਗਏ ਫਿਰ ਤਾਂ ਇਨਕਲਾਬ ਹੀ ਹੈ, ਇਹੀ ਇਨਕਲਾਬ ਹੁੰਦਾ ਹੈ, ਇੱਕ ਨਾ ਹੋਣ ਦਾ ਨਾ ਹੁੰਦਾ। ਜੱਸੀ ਇਹ ਜਿਹੜੀਆਂ ਗੱਲਾਂ ਕਰ ਰਹੇ ਸੀਗੇ, ਹੁਣ ਦਿੱਲੀ ਹੁੰਦਾ ਜਿਵੇਂ, ਇਹਨਾਂ ਨੂੰ ਵਾਕਈ ਤਕਲੀਫ ਹੁੰਦੀ ਜਦੋਂ ਇਹ ਲੋਕ ਜੁੜਦੇ ਨੇ, ਇਹਨਾਂ ਨੂੰ ਲੱਗਦਾ ਇਹ ਜਿਹੜੀ ਹਕੂਮਤ ਵਾਲੇ ਬੈਠੇ ਨੇ ਉੱਥੇ ਨਹੀਂ, ਇਹ ਕੋਈ ਪਾਰਟਿਕੂਲਰ ਇੱਕ ਪਾਰਟੀ ਦੀ ਆਪਾਂ ਗੱਲ ਕਰ ਰਹੇ, ਆਪਾਂ ਉਸ ਕਲਾਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਆਦਤ ਹੈ ਕਿ ਨਹੀਂ ਯਾਰ ਇਹ ਇਸ ਤੋਂ ਅੱਗੇ ਸਾਥੋਂ ਨਾ ਤਾਂ ਕੁਐਸਚਨ ਕਰਨ, ਨਾ ਸਾਥੋਂ ਕੁਝ ਪੁੱਛਣ। ਇਹ ਵਾਕਈ ਉਹਨਾਂ ਨੂੰ ਲੱਗਦਾ ਹੈ। ਦੇਖੋ ਅਗਰ ਉਹਨਾਂ ਦੇ ਮਨ ਚ ਹੋਏਗੀ ਤੇ ਉਹ ਦੱਸਣਗੇ ਤਾਂ ਨਹੀਂ ਕਿਸੇ ਨੂੰ, ਨਹੀਂ ਉਹ ਤਾਂ ਜੱਜ ਕਰ ਲੈਂਦਾ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਮੈਂ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੂੰ ਜਾਣਦਾ ਜਿਹੜੇ ਨਾਨ ਪੰਜਾਬੀ ਨੇ ਤੇ ਹਿੰਦੂ ਕਮਿਊਨਿਟੀ ਵਾਲੇ ਨੇ। ਚਲੋ ਮੈਂ ਥੋੜਾ ਖੋਲ ਕੇ ਗੱਲ ਕਰਾਂ। ਜੀ ਜੀ ਬਿਲਕੁਲ। ਉਹ ਰੋਜ਼ ਸਵੇਰੇ ਮੈਨੂੰ ਕਮ ਸੇ ਕਮ 20 ਤੋਂ 25 ਮੈਸੇਜ ਵੀਡੀਓ ਦੇ ਜਾਂ ਲਿਖਤੀ ਰੂਪ ਚ ਐਸੇ ਆਉਂਦੇ ਆ ਜਿਹੜੇ ਯੂਨਿਟੀ ਦੇ ਨਾਲ ਜੁੜੇ ਹੁੰਦੇ ਨੇ। ਉਹ ਲੰਗਰ ਦੀਆਂ ਵੀਡੀਓ ਮੈਨੂੰ ਭੇਜਦੇ ਆ, ਫਿਰ ਉਹ ਇਹ ਭੇਜਦੇ ਆ ਕਿ ਦੇਖੋ ਕਿਸੇ ਨਾਲ ਕੀ ਬੇਇਨਸਾਫੀ ਹੋ ਰਹੀ ਹੈ, ਤੇ ਉਸ ਤੋਂ ਮੈਨੂੰ ਉਹਨਾਂ ਦੇ ਮਾਈਂਡ ਦਾ ਪਤਾ ਚੱਲਦਾ ਕਿ ਲੋਕ ਕੀ ਚਾਹੁੰਦੇ ਆ। ਆਮ ਲੋਕ ਦੇਖੋ, ਔਰ ਈਵਨ ਲੀਡਰ ਵੀ ਸਿੱਖ ਮੁਸਲਮਾਨ, ਇਹ ਤਾਂ ਤੁਹਾਡੀ ਇਹ ਧਰਮ ਆਸਥਾ ਹੈ, ਆਮ ਬੰਦਾ ਆਪਣੇ ਵਰਗਾ ਹੀ ਹੈ। ਇਹ ਜਿਹੜੀ ਤੇਜ਼ ਜਮਾਤ ਜਿਹਨੂੰ ਆਪਾਂ ਕਹਿੰਦੇ ਆ, ਉਹ ਇੱਕ ਕਲਾਸ ਦੀ ਗੱਲ ਹੋ ਰਹੀ ਸੀ ਕੱਲ ਜਦੋਂ ਆਪਾਂ ਵੇਖ ਰਹੇ ਸੀ ਨਾ ਗਾਜ਼ੀਆਬਾਦ ਚ, ਤੇ ਇੱਕ ਬੜਾ ਸਮਝਦਾਰ ਬੰਦਾ ਸੀ, ਉਹਨੂੰ ਆਂਦੇ ਜੀ ਕਿਸਾਨ ਜਾਗ ਗਿਆ, ਤੇ ਕੀ ਇਹ 22 ਤੱਕ ਜਾਗਿਆ ਰਹੂਗਾ? ਆਂਦਾ ਜੇ 22 ਤੱਕ ਕਿਸਾਨ ਰਹਿ ਗਿਆ ਤਾਂ ਜਾਗਿਆ ਹੈ। ਆਂਦੇ ਮਤਲਬ ਆਂਦਾ ਉਦੋਂ ਨੂੰ ਇਹ ਹਿੰਦੂ ਮੁਸਲਮਾਨ ਸਿੱਖ ਨਾ ਬਣ ਇਸ ਵਕਤ ਇਹ ਕਿਸਾਨ ਹੈ। ਅੱਜ ਸਾਨੂੰ ਵੀ ਜਦੋਂ ਅਸੀਂ ਉੱਥੇ ਬੈਠੇ ਸੀ, ਅਸੀਂ ਵੀ ਕਿਸਾਨਾਂ ਦੇ ਪੁੱਤ ਬਣ ਕੇ ਉੱਥੇ ਜਾਂਦੇ ਸੀ ਔਰ ਸਾਰੇ ਕਿਸਾਨ ਸੀ। ਉਹਨਾਂ ਨੇ ਕੀ ਕਿਹਾ, ਲੈ ਵੀ ਕਿਸਾਨ ਨੂੰ ਨਹੀਂ ਹਰਾ ਸਕੇ, ਹੁਣ ਇਹਨਾਂ ਨੂੰ ਹਿੰਦੂ ਬਣਾ ਦਿਓ, ਸਿੱਖ ਬਣਾ ਦਿਓ, ਮੁਸਲਮਾਨ ਬਣਾ ਦਿਓ, ਹਰਾ ਬਣਾ ਦਿਓ, ਪੀਲਾ ਬਣਾ ਦਿਓ, ਐ ਵੰਡ ਦਿਓ। ਆਪਣਾ ਵੀ ਜਦ ਮੀਟਿੰਗ ਦੀ ਆਪਣਾ ਜਾਂ ਸਨੇਹ ਦੀ ਗੱਲ ਹੋਈ, ਉਦੋਂ ਆਪਣੇ ਹੀ ਸੀ ਕਿ ਆਪਾਂ ਇਹ ਬਿੱਲਾਂ ਦਾ ਕਰਕੇ ਵੀ ਆਪਾਂ ਵੀ ਉਨੀ ਦੇਰ ਸਾਰੇ ਕੋਸ਼ਿਸ਼ ਕਰੀਏ ਕਿ ਆਪਾਂ ਕਿਸਾਨ ਬਣ ਕੇ ਕਿਸਾਨ ਮੁੱਦਿਆਂ ਦੀ ਉਹ ਬਿੱਲਾਂ ਤੇ MSP ਤੇ ਉਦੋਂ ਬਗੈਰ ਆਪਾਂ ਸੋਸ਼ਲ ਮੀਡੀਆ ਤੇ ਆਪਾਂ ਗੱਲ ਹੀ ਨਾ ਕਰੀਏ। ਭਲਾ ਸੱਚੇ ਹੋਈਏ, ਭਲਾ ਸਾਡੀ ਗੱਲ 'ਚ 100 ਗੁਣਾ ਜ਼ਿਆਦਾ ਵਜ਼ਨ ਹੋਵੇ, ਅਸੀਂ ਗੱਲ ਹੀ ਨਹੀਂ ਕਰਦੀ, ਇਹ ਸੋਚ ਲਈਏ ਔਰ ਇਹ ਲੋਕਾਂ ਨੂੰ ਵੀ ਮੈਸੇਜ ਦੀ ਗੱਲ। ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਮੈਂ ਕਿਤੇ ਸੁਣੀ, ਉਹ ਕਹਿੰਦਾ ਜਦੋਂ 2 ਟੀਮਾਂ ਖੇਡਦੀਆਂ
ਇੱਕ ਹਾਰਨ ਲਈ ਖੇਡਦੀ ਹੈ, ਜਿਹੜੀ ਜਿੱਤਣ ਲਈ ਖੇਡਦੀ ਹੈ, ਸਭ ਤੋਂ ਡਰ ਜ਼ਿਆਦਾ ਹਾਰਨ ਦਾ ਉਹਨੂੰ ਹੁੰਦਾ ਕਿ ਮੈਨੂੰ ਜ਼ਰਾ ਵੀ ਕੋਈ ਗਲਤੀ ਨਾ ਹੋ ਜਾਵੇ। ਇੱਕ ਜਿਹੜੀ ਸਭ ਤੋਂ ਜ਼ਿਆਦਾ ਹੁਣ ਲੋੜ ਪੈਣੀ, ਇਹ ਅੰਦੋਲਨ ਹੋ ਸਕਦਾ ਹੋਰ ਲੰਬਾ ਚੱਲੇ, ਬਹੁਤ ਲੰਬਾ। ਇਹ ਆਪਣੀ ਅੰਦਰ ਦੀ ਗੱਲ ਹੈ। ਮੇਰਾ ਪਰਸਨਲੀ ਇਹ ਸੁਨੇਹਾ ਹੈ ਕਿ ਜਿਹੜੇ ਕਲਾਕਾਰ ਲੋਕ ਹੈ, ਪ੍ਰੋਗਰਾਮ ਕਰੋ ਵੱਧ ਤੋਂ ਵੱਧ, ਤਾਂ ਕਿ ਆਪਾਂ ਉੱਥੇ ਜਿਹੜਾ ਲੰਗਰ ਹੈ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਾ ਆ ਜਾਏ। ਬਿਲਕੁਲ ਬੰਦੇ ਵਧਣੇ ਆ ਹੁਣ, ਔਰ ਦਾਨੀ ਦੁਨੀਆ 'ਚ ਬੜੇ ਪਏ ਆ, ਕਮੀ ਹੋਣੀ ਪਰ ਆਪਾਂ ਵੀ ਕੋਸ਼ਿਸ਼ ਕਰੀਏ ਕਿ ਆਪਣਾ ਗਾਸ ਲਾ ਕੇ ਕਰਮ ਕਰਕੇ ਜੋ ਆਪਾਂ ਨੂੰ ਆਪਣਾ ਤਿਲ ਫੁੱਲ 10 ਮਨ 20 ਮਨ ਮੈਨੂੰ ਤਾਂ ਲੱਗਦਾ ਵੀ 50 ਦਾ ਸੌਂਦ ਕੱਢ ਕੇ ਆਈਏ ਉੱਥੇ। ਔਰ ਜੋ ਕਲਾਕਾਰ ਮੇਰੀ ਸਾਰਿਆਂ ਨੂੰ ਬੇਨਤੀ ਹੈ, ਜੋ ਬੋਲਦੇ ਆ ਉਹ ਬਹੁਤ ਸੂਝ ਨਾਲ ਬੋਲਣ, ਸੋਚ ਸਮਝ ਕੇ ਬੋਲਣ, ਸ਼ਾਂਤਮਈ ਬੋਲਣ। ਪਹਿਲਾਂ ਤਾਂ ਧਰਮਾਂ ਦੇ ਆਧਾਰ ਤੇ ਲੜਾਉਣੇ ਇਹ, ਫਿਰ ਜਿਹੜੀਆਂ ਥੋੜੀਆਂ ਸਿਆਸੀ ਪਾਰਟੀਆਂ ਹੁੰਦੀਆਂ 2-3 ਦਲ, ਫਿਰ ਉਹਨਾਂ ਦੇ ਹਿਸਾਬ ਨਾਲ ਲੜਾਉਂਦੇ। ਹੁਣ ਜਦੋਂ ਮੁੱਦਾ ਨਹੀਂ ਮਿਲਿਆ, ਹੁਣ ਕਿਸਾਨੀ ਤੇ ਸਿੱਖੀਜ਼ਮ ਨੂੰ ਲੜਾ ਰਹੇ ਆ, ਝੰਡੇ ਦੋ ਪਹਿਲਾਂ ਹਿੰਦੂਇਜ਼ਮ ਤੇ ਸਿੱਖੀਜ਼ਮ ਨੂੰ ਲੜਾ ਰਹੇ ਆ। ਤਾਂ ਮੈਨੂੰ ਲੱਗਦਾ ਵੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਫੇਸਬੁੱਕੀ ਵਿਦਵਾਨ ਹੈ ਜਿਨ੍ਹਾਂ ਨੇ ਨਾ ਧਰਨੇ ਚ ਆਉਣਾ ਹੈ ਤੇ ਨਾ ਕਦੇ ਆਏ ਆ, ਉਹਨਾਂ ਨੂੰ ਇਹ ਬੇਨਤੀ ਹੈ ਵੀ ਰੱਬ ਦਾ ਵਾਸਤਾ ਵੀ ਕਮ ਸੇ ਕਮ ਵਾਹਿਗੁਰੂ ਲਿਖ ਕੇ ਨਾ ਤੁਸੀਂ ਆਪਣੀ ਤੇ ਸ਼ੇਅਰ ਕਰ ਦਿਆ ਕਰੋ। ਅਸੀਂ ਸਾਰੇ ਤੁਹਾਨੂੰ ਨਵਾਜਾਂਗੇ। ਰਾਮ ਰਾਮ ਲਿਖੋ, ਝੰਡੇ ਆਪੇ ਸੁਲ ਜਾਣੇ ਜਦੋਂ ਜਿੱਤ ਗਏ ਆਪਾਂ। ਜਿਹਦੇ 'ਚ ਤੁਸੀਂ ਨੁਕਸ ਕੱਢਣਾ, ਜੋ ਵੀ ਤੁਹਾਨੂੰ ਕਿਸੇ ਬਾਅਦ 'ਚ ਸ਼ਿਕਾਇਤਾਂ ਬਿੱਲ ਹੋ ਜਾਣਾ, ਲਿਸਟ ਬਣਾ ਲਓ ਯਾਰ, ਜੀ ਭਰ ਕੇ ਵੀ ਲਿਸਟ ਬਣਾ ਲਓ। ਜਾਰੀ ਕੀਤੀ ਆ ਵੀ ਤੁਸੀਂ ਉਹਨਾਂ ਬੰਦਿਆਂ ਦੀ ਇੱਕ ਲਿਸਟ ਬਣਾ ਲਓ। ਅਸੀਂ ਉਹਦੇ ਕੁਝ ਕੱਢਣ ਨੂੰ ਨਾ ਫਿਰੀਏ, ਅਸੀਂ ਉਹਦੇ ਕੁਝ ਕੱਢਣ ਨੂੰ ਨਾ ਫਿਰੀਏ, ਉਹ ਕੁਝ ਕੰਟਰੀਬਿਊਟ ਦੀ ਘੜੀ ਆਪਾਂ ਇੱਕੋ ਹੀ ਮਤਲਬ ਭਾਵੇਂ ਉਹਨਾਂ ਨੇ ਜਿੰਨਾ ਮਰਜ਼ੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਦੇਖੋ ਯੂਪੀ, ਹਰਿਆਣਾ, ਰਾਜਸਥਾਨ, ਉੱਥੋਂ ਦੇ ਜਿਹੜੇ ਹਿੰਦੂ ਨੌਨ ਪੰਜਾਬੀ ਜਿਹੜੇ ਲੋਕ ਨੇ, ਉਹਨਾਂ ਨੇ ਇੰਨੇ ਪਿਆਰ ਨਾਲ ਸਿੱਖਾਂ ਨੂੰ ਗਲਮਾ ਲਾਇਆ। ਇਹ ਪਿਆਰ ਬਹੁਤ ਤਾਕਤ ਹੈ। 84 ਤੋਂ ਬਾਅਦ ਅੱਜ ਇੱਕ ਐਸਾ ਵੇਲਾ ਹੈ ਜਿੱਥੇ ਉਹ ਦੇਖੋ ਟਕੈਤ ਸਾਹਿਬ ਨੇ ਕਿੰਨੀ ਵੱਡੀ ਗੱਲ ਕਿਆ ਕਹੀ ਹੈ, ਬਹੁਤ ਵੱਡੀ ਗੱਲ। ਅੱਖਾਂ 'ਚੋਂ ਪਾਣੀ ਭਰ ਗਿਆ ਬਈ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਮੂਹਰੇ ਲਾਇਆ, ਮੈਂ ਉਹਨਾਂ ਸਰਦਾਰਾਂ ਨਾਲ ਧੋਖਾ ਨਹੀਂ ਕਰਦਾ। ਕੀ ਬਾਤ। ਔਰ ਇਹਦੇ ਨਾਲ ਕੀ ਹੁੰਦਾ ਕਿ ਸਾਨੂੰ ਇਹ ਆਸ ਬਣ ਗਈ ਕਿ ਜਦੋਂ ਪੰਜਾਬ, ਹਰਿਆਣਾ, ਯੂਪੀ ਦੇ ਆਮ ਦੇਖੋ 80% ਤਾਂ ਕਿਸਾਨ ਹੈ ਨਾ, ਜਦੋਂ ਕਿਸਾਨ ਇਕੱਠਾ ਹੋ ਗਿਆ ਫਿਰ ਦੰਗਾ ਹੋ ਹੀ ਨਹੀਂ ਸਕਦਾ, ਕਿਸੇ ਦੀ ਪੱਤ ਲੁੱਟੂਗੀ ਨਹੀਂ। ਹਾਂਜੀ ਵੀਰੋ, ਵੀਡੀਓ ਤੇ ਬਹੁਤ ਲੰਬੀ ਹੈ ਤੇ ਜਿੰਨੀ ਕੁ ਦਾ ਅਸੀਂ ਰਿਐਕਸ਼ਨ ਕੀਤਾ ਇਹ ਤੁਸੀਂ ਦੱਸੋ। ਬਾਕੀ ਇੱਕ ਗੱਲ ਵੇਖਿਓ ਵੀਡੀਓ ਦੇ ਵਿੱਚ ਲਾਜ਼ਮੀ ਕਿ ਜੱਟ, ਜਾਟ, ਮਾਨ ਸਾਹਿਬ ਸਾਰੇ ਕਲਾਕਾਰ ਇਕੱਠੇ ਬੈਠੇ ਨੇ। ਇਹ ਗੱਲ ਸਿਰਫ ਵੇਖਣ ਵਾਲੀ ਹੈ ਕਿ ਸਾਰੇ ਇਕੱਠੇ ਬੈਠੇ ਨੇ। ਜਿਵੇਂ ਇਹ ਵੀ ਚੱਠੇਦਾਰ ਜਦੋਂ ਗਾਣਾ ਆਇਆ ਨਾ, ਮੈਨੂੰ ਇਹ ਵੀ ਬੜਾ ਚੰਗਾ ਲੱਗਦਾ, ਮੇਰਾ ਦਿਲ ਕਰਦਾ ਮੈਂ ਤੇ ਇੰਨੀ ਵਾਰੀ ਉਹ ਸੁਣ ਛੜਿਆ ਨਾ ਕਿ ਹੋ ਸਕਦਾ ਹੈ ਇੰਨਾ ਗਾਣਾ ਜਦੋਂ ਮਿਕਸ ਕੀਤਾ ਉਦੋਂ ਚੱਠਾ ਸਾਹਿਬ ਨੇ ਵੀ ਨਾ ਸੁਣਿਆ ਹੋਵੇ, ਕਿਉਂਕਿ ਮਿਕਸਿੰਗ ਕਰੀਏ ਤੇ ਹੋਰ ਵਾਪਸ ਸੁਣਨਾ ਪੈਂਦਾ ਵਾਰ-ਵਾਰ ਕਿ ਇਹ ਕਿਵੇਂ ਹੋਇਆ, ਜੇ ਕੁਝ ਬਦਲਣਾ ਹੈ ਫਿਰ ਸੁਣੋ ਫਿਰ ਇਹ ਤਾਂ ਅਗਰ ਉਂਝ ਵੀ ਨਹੀਂ ਸੁਣਿਆ ਹੋਣਾ ਜਿੰਨਾ ਕਿ ਮੈਂ ਸੁਣਿਆ। ਬੜਾ ਸਵਾਦ ਦਾ ਗਾਣਾ ਵੈਸੇ ਉਹ ਵੀ, ਲੇਕਿਨ ਸਭ ਤੋਂ ਬੜੀ ਚੰਗੀ ਗੱਲ ਜਿਹੜੀ ਹੈ ਕਿ ਇਕੱਠੇ ਬੈਠੇ ਨੇ ਸਾਰੇ ਇਕੱਠੇ, ਕਿਸਾਨ ਮਜ਼ਦੂਰ ਏਕਤਾ, ਉਹ ਗੱਲ ਹੈ ਸਿਰਫ ਜ਼ਿੰਦਾਬਾਦ। ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅੱਲਾਹ ਹਾਫਿਜ਼।